हाँ जी दसो फिर ਤੁਹਾਡੇ ਕਿਹੜੀ ਕਿਹੜੀ ਪ੍ਰੋਬਲਮਸ ਨੇ ਚ ਪਹਿਲਾ ਪੇਜ ਹੈ 9 ਕੁਐਸਚਨ ਦਿਖ ਰਹੇ ਨੇ सर फिफ्थ 5th ਹੋਰ 7th सर नाइन्थ 9th 8th भी चलो कर दो ठीक है। चलो देखो फिर आप एक एक करके करते हैं पहला 5th क्वेश्चन करते हैं। बहुत ध्यान ना समझो एक क्वेश्चन ਨੂੰ ਨਾ ਸਮਝਿਆ ਕਰੋ ਸਿਰਫ ਉਹਦੇ ਨਾਲ ਕਾਫੀ ਕੁਝ ਜੋ ਜੁੜਿਆ ਹੁੰਦਾ ਹੈ ਕਨਸੈਪਟ ਹੋਇਆ ਕੋਈ ਮੈਂ ਯੂਜ਼ ਕੀਤਾ ਗਿਆ ਹਰ ਇੱਕ ਚੀਜ਼ ਨੂੰ ਸਮਝਿਆ ਕਰੋ ਧਿਆਨ ਨਾਲ। ਸੋ ਇਸ ਨੂੰ ਆਪਾਂ ਸਾਈਡ ਤੇ ਰੱਖੀਏ ਪਹਿਲਾਂ। ਦੇਖੋ a uniform electric field exists only in xy plane। ਪਹਿਲੀ ਗੱਲ ਤਾਂ ਇਹ ਕਿ uniform electric field ਹੈ। यूनिफॉर्म इलेक्ट्रिक फील्ड ਹੁੰਦਾ ਹੈ ਤਾਂ ਸਾਨੂੰ ਬੇਸਿਕਲੀ ਕੀ ਹੁੰਦਾ ਹੈ ਅਸੀਂ ਇਲੈਕਟ੍ਰਿਕ ਫੀਲਡ ਦਾ ਜਿਹੜਾ ਫਾਰਮੂਲਾ ਯੂਜ਼ ਕਰਦੇ ਨਾ ਮਾਈਨਸ ਕਰਲੀ v ਬਾਈ ਕਰਲੀ r ਜਾਂ ਫਿਰ ਮਾਈਨਸ dv ਬਾਈ dr ਇਨ ਜਨਰਲ ਆਪਾਂ ਡਿਸਟੈਂਸ ਨਾਲ ਜੋ ਦੇਖਦੇ ਹਾਂ ਇਲੈਕਟ੍ਰਿਕ ਫੀਲਡ ਨੂੰ ਆਪਾਂ ਇਹਦੀ ਬਜਾਏ ਡਾਇਰੈਕਟਲੀ ਪੋਟੈਂਸ਼ੀਅਲ ਡਿਫਰੈਂਸ ਡਿਵਾਈਡ ਬਾਈ ਡਿਸਟੈਂਸ ਲਿਖ ਸਕਦੇ ਹੁੰਦੇ ਹਾਂ ਠੀਕ ਹੈ ਨਾ। ਜਦੋਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੋਵੇ ਆਪਾਂ ਗੱਲ ਕੀਤੀ ਹੋਈ ਹੈ ਇਨ ਮੈਗਨੀਟਿਊਡ ਤੇ ਇੱਥੇ ਕੀ ਹੈ ਦੇਖੋ यूनिफॉर्म इलेक्ट्रिक फील्ड एग्जिस्ट ओनली इन XY प्लेन यानी कि इस XY प्लेन ਵਿੱਚ ਹੀ ਸਾਰਾ ਕੁਝ ਹੋ ਰਿਹਾ ਤੁਹਾਨੂੰ 3 ਡਾਈਮੈਂਸ਼ਨਲੀ ਕੁਝ ਇਮੇਜਿਨ ਕਰਨ ਦੀ ਲੋੜ ਨਹੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਹੀ ਹੈ। When a student moves a distance 0.01 meter along O alpha line, so this is the line ਇਹਦੇ along ਜਦੋਂ ਸਟੂਡੈਂਟ ਜਾਂਦਾ ਹੈ ਤਾਂ potential decreases by 0.02 volt ਤੇ ਇੰਨਾ ਡਿਸਟੈਂਸ ਜਾਂਦਾ ਹੈ। ਹੁਣ ਤੁਸੀਂ ਆਪ ਸੋਚ ਕੇ ਦੇਖੋ ਵੀ ਜੇ ਇੱਧਰ ਨੂੰ ਜਾ ਰਿਹਾ ਹੋ ਤਾਂ potential decrease ਹੁੰਦਾ ਹੈ ਨਾ O alpha line ਦੇ ਅਰਾਊਂਡ ਤੇ ਅਰਾਊਂਡ ਤਾਂ ਤੁਸੀਂ ਮੈਨੂੰ ਇਹ ਦੱਸੋ ਜਦੋਂ ਇੱਧਰ ਜਾਂਦੇ potential decrease ਹੋ ਰਿਹਾ ਤਾਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਵੀ ਇਸੇ ਪਾਸੇ ਹੋਏਗੀ ਕਿ ਇਹਦੇ ਉਲਟਾ ਹੋਏਗੀ? ਇਸੇ ਪਾਸੇ ਹੋਏਗੀ ਨਾ ਇਸੇ ਪਾਸੇ ਹੋਏਗੀ। ਸੋ ਬੇਸਿਕਲੀ ਜੇ ਮੈਂ ਇਨ ਜਨਰਲ ਇੱਥੇ ਮੈਂ ਗੱਲ ਕਰਾਂ ਆ ਮੰਨ ਲਓ ਮੇਰੇ x ਐਕਸਿਸ ਤੇ y ਐਕਸਿਸ ਨੇ ਜੋ ਇਹਨਾਂ ਨੇ ਸ਼ੋ ਕੀਤੇ ਹੋਏ ਨੇ ਤੇ y ਹੈ ਇਹ x ਹੈ ਤੇ ਇੱਧਰ ਆ ਆਪਣਾ ਅਲਫਾ ਆ 45 ਡਿਗਰੀ ਦੇ ਉੱਪਰ ਉਹ ਅਲਫਾ ਤੇ ਆ ਹੈਗਾ ਉਹ ਬੀਟਾ। ਫਿਲਹਾਲ ਆਪਾਂ ਇਹ ਲੈ ਲੈਣੇ ਬਾਅਦ ਇਹਨੂੰ ਵੀ ਸਿੱਧੀ ਬਣਾ ਇਸ ਤਰ੍ਹਾਂ ਹੈ। ਸੋ ਆ ਬਣ ਗਿਆ ਆਪਣਾ O alpha this is O this is alpha। ਜਦੋਂ ਇੱਧਰ ਨੂੰ ਜਾ ਰਿਹਾ ਤਾਂ ਉਹਦਾ ਇੱਧਰ ਨੂੰ ਡਿਕਰੀਜ਼ ਹੋ ਰਿਹਾ ਨਾ ਵਾਲਾ ਪੋਟੈਂਸ਼ੀਅਲ ਇਹਦਾ ਮਤਲਬ ਇੱਧਰ ਨੂੰ ਜਾਂਦੇ ਹੋਏ ਆਪਣਾ ਇਲੈਕਟ੍ਰਿਕ ਫੀਲਡ ਦੀ ਜਿਹੜੀ ਡਾਇਰੈਕਸ਼ਨ ਹੋਏਗੀ ਕਿੱਧਰ ਨੂੰ ਹੋਏਗੀ ਇਸੇ ਡਾਇਰੈਕਸ਼ਨ 'ਚ ਹੋਏਗੀ ਨਾ। ਆ ਤਾਂ ਇਲੈਕਟ੍ਰਿਕ ਫੀਲਡ ਹੋਏਗਾ ਇੱਕ ਹੋ ਗਿਆ ਆਪਾਂ ਨੂੰ। ਅੱਛਾ ਤੇ ਹੋਏਗਾ ਕਿੰਨਾ ਇਲੈਕਟ੍ਰਿਕ ਫੀਲਡ ਪੋਟੈਂਸ਼ੀਅਲ ਡਿਫਰੈਂਸ ਜਿੰਨਾ ਡਿਕਰੀਜ਼ ਹੋ ਰਿਹਾ है ना डिवाइडेड बाय डिस्टेंस कितना लिया ਉਹਨੇ 0.01 कितना आ गया 2 आ गया ਕਹਿੰਦਾ ਭਾਵੇਂ ਤੇ ਵੋਲਟਮੀਟਰ ਮੀਟਰ ਦਾ 2 ਨਿਊਟਨ ਪਰ ਕੂਲਮ ਆ ਗਿਆ ਬੇਸਿਕਲੀ ਯਾਨੀ ਇਲੈਕਟ੍ਰਿਕ ਫੀਲਡ ਜਿਹੜਾ ਇਧਰ ਨੂੰ ਆਇਆ ਇਹ ਮੈਗਨੀਟਿਊਡ ਵਾਈਜ਼ ਕਿੰਨਾ ਹੈ 2 ਨਿਊਟਨ ਪਰ ਕੂਲਮ ਆਇਆ। ਕਲੀਅਰ ਹੈ ਗੱਲ ਸਾਰਿਆਂ ਨੂੰ? यस सर यस ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਉਹ ਕਹ ਰਹੇ ਮੈਗਨੀਟਿਊਡ ਆਫ ਇਲੈਕਟ੍ਰਿਕ ਫੀਲਡ ਇਜ਼ ਇਨਾ। ਹੁਣ ਇਹ ਇੱਥੇ ਮੈਗਨੀਟਿਊਡ ਆਫ ਟੋਟਲ ਇਲੈਕਟ੍ਰਿਕ ਫੀਲਡ ਦੀ ਗੱਲ ਕਰ ਰਹੇ ਨੇ ਯਾਨੀ ਟੋਟਲ ਇਲੈਕਟ੍ਰਿਕ ਫੀਲਡ ਜਿਹੜਾ ਹੈ E ਜੋ ਵੀ ਹੋਏਗਾ ਉਹਦਾ ਜਿਹੜਾ ਮੈਗਨੀਟਿਊਡ ਹੈ ਉਹ 2√5 ਵੋਲਟ ਪਰ ਮੀਟਰ ਹੈ। when a student walks along O beta ਜਦੋਂ ਉਹ O beta ਵਾਲੇ ਪਾਸੇ ਨੂੰ ਜਾਂਦਾ ਆ which is perpendicular to O alpha obviously then potential decreases ਉਹਨਾਂ ਨੇ ਕਿਹਾ potential ਫੇਰ ਘਟਦਾ ਆ ਮਤਲਬ ਇੱਧਰ ਨੂੰ ਜਾ ਕੇ potential ਘਟਦਾ ਹੈ ਇਹ ਤਾਂ ਸਾਨੂੰ ਪਤਾ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਕਿੰਨੀ ਦੂਰ ਜਾਣ ਤੇ ਕਿੰਨਾ ਘਟਦਾ ਹੈ ਹਨਾ ਨਹੀਂ ਨਾ ਪਤਾ ਇੱਥੇ नो सर ਇਹਦਾ ਮਤਲਬ ਇਸ ਪਾਸੇ ਇਲੈਕਟ੍ਰਿਕ ਫੀਲਡ ਦਾ ਕਿੰਨਾ ਕੰਪੋਨੈਂਟ ਹੈ ਮੈਨੂੰ ਨਹੀਂ ਪਤਾ। ਸੋ ਬੇਸਿਕਲੀ ਹੁਣ ਆ ਦੋਨੋਂ ਇਲੈਕਟ੍ਰਿਕ ਫੀਲਡ ਜਿਹੜੇ ਮਿਲ ਕੇ ਇਹ ਦੋਨੋਂ ਮਿਲ ਕੇ ਤਾਂ ਨੈਟ ਇਲੈਕਟ੍ਰਿਕ ਫੀਲਡ ਬਣਾ ਰਹੇ ਨੇ ਨਾ। ਸੋ ਬੀਟਾ ਵਾਲੇ ਪਾਸੇ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ ਆ ਇਸ ਨੂੰ ਆਪਾਂ ਮੰਨ ਲੈਂਦੇ ਆ E ਬੀਟਾ ਮੰਨ ਲਓ ਤੇ ਆਹ ਵਾਲਾ ਕੰਪੋਨੈਂਟ ਕਿੰਨਾ ਹੈਗਾ 2 ਹੈਗਾ ਵਾ E ਅਲਫਾ = 2 ਤੇ ਇਹਨਾਂ ਦੋਨਾਂ ਦਾ ਜੋ ਰਿਜ਼ਲਟੈਂਟ ਕਰੋਗੇ ਤੁਸੀਂ ਤਾਂ ਤੁਸੀਂ ਰਿਜ਼ਲਟੈਂਟ ਤਾਂ ਇੱਥੋਂ ਵੀ ਦੇਖ ਸਕਦੇ ਹੋ ਨਾ ਫਿਰ 90 ਡਿਗਰੀ ਤੇ ਨੇ ਦੋਨੋਂ ਤਾਂ ਤੁਹਾਡਾ ਨੈਟ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ ਆ ਉਹ ਕਿਹਦਾ ਆਏਗਾ ਕਿੰਨਾ ਆਏਗਾ E alpha ਦਾ ਹੋਲ ਸਕੁਅਰ ਪਲੱਸ E beta ਦਾ ਹੋਲ ਸਕੁਅਰ ਹੈ ਨਾ। यस सर ਤੇ E alpha ਕਿੰਨਾ ਹੈਗਾ 2 ਯਾਨੀ 4 ਆ ਜਾਊਗਾ ਇੱਥੇ ਤੇ E beta ਕਿੰਨਾ ਆ सर ਪਤਾ ਕਰਨਾ ਹੈ ਆਪਾਂ ਨੂੰ ਨਹੀਂ ਪਤਾ ਜੀ ਇਹਦੇ ਬਾਰੇ ਤੇ √a ਕਿੰਨਾ ਆ 2√5 ਤਾਂ 2√5 ਦਾ ਸਕੁਅਰ ਕਰੋਗੇ ਕਿੰਨਾ ਆਏਗਾ 20 ਇਹ ਆਏਗਾ 4 ਪਲੱਸ E beta ਦਾ ਸਕੁਅਰ ਇਥੋਂ ਤੁਹਾਡੇ ਕੋਲ E beta ਕਿੰਨਾ ਆਇਆ ਦੇਖੋ 4 ਆ ਗਿਆ ਨਾ। यस सर ਹੁਣ ਪਤਾ ਲੱਗ ਗਿਆ 4 ਨਿਊਟਨ ਪਰ ਕੂਲਮ ਪਰ ਉਹਨਾਂ ਨੇ ਕੀ ਪੁੱਛਿਆ ਉਹਨਾਂ ਨੇ ਜਦੋਂ ਆਨਸਰ ਦਿੱਤਾ ਨੈਟ ਇਲੈਕਟ੍ਰਿਕ ਫੀਲਡ ਇਨ ਦਾ ਵੈਕਟਰ ਫਾਰਮ ਤਾਂ IJ ਫਾਰਮ ਚ ਦਿੱਤਾ ਨਾ
ਸੋ ਆਪਾਂ ਨੂੰ ਇਹਨਾਂ ਇਸ 4 ਦਾ ਤੇ ਇਸ 2 ਦਾ ij ਫਾਰਮ ਚ ਆਨਸਰ ਦੇਣਾ ਪੈਣਾ ਹੈ। ਹੁਣ ਤੁਸੀਂ ਚਾਹੋ ਤਾਂ ਇਹਨਾਂ ਨੂੰ ij ਫਾਰਮ ਚ ਲਿਖ ਲਓ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਐਡ ਕਰ ਦਿਓ, ਤੇ ਚਾਹੋ ਤੁਸੀਂ ਇਹਨੂੰ ਡਾਇਰੈਕਟਲੀ ਵੀ ਲਿਖ ਸਕਦੇ ਹੋ ਜਿਵੇਂ ਮਰਜ਼ੀ ਕਰਕੇ। ਸੋ ਮੈਂ ਤੁਹਾਨੂੰ ਦੱਸਦਾ ਕਿਵੇਂ ਲਿਖਣਾ ਹੈ। ਸੋ ਦੇਖੋ ਇੱਥੇ ਜੇ ਮੈਂ e alpha ਨੂੰ ਲਿਖਣਾ ਚਾਹਾਂ, e alpha ਨੂੰ ਲਿਖ ਸਕਦਾ ਮੈਂ this much i cap and this much j cap, ਹੈ ਨਾ। Yes, sir. alpha ਜਿਹੜਾ ਆਏਗਾ ਤੁਹਾਡਾ ਬੇਸਿਕਲੀ ਜੇ ਇਹਨੂੰ ਵੈਕਟਰ ਫਾਰਮ ਚ ਲਿਖਣਾ ਚਾਹਾਂ ਮੈਂ ਪ੍ਰੋਪਰਲੀ, e alpha ਵੈਕਟਰ ਕੀ ਆਏਗਾ, ਕਿੰਨੇ i cap ਆਏਗਾ 2 ਆ 45 ਡਿਗਰੀ ਹੈ, ਸਿੰਪਲ ਜੀ ਗੱਲ ਦੱਸਿਆ ਉਹਨਾਂ ਨੇ, ਹੈ ਨਾ 45 ਡਿਗਰੀ ਹੈ। ਸੋ ਕਿੰਨਾ ਆਏਗਾ 2 into cos 45 डिग्री। Yes, sir. फिर आएगा 2 into sin 45 डिग्री j कैप, सिंपल जी गल आ गया e अल्फा। सो इन्हें तुसी लिख सकते हो √2 times i कैप प्लस √2 times j कैप, ये आ गया e अल्फा वेक्टर। इसी तरह हुण तुसी e बीटा भी लिख सकते हो, इत्थे देखो e बीटा लिख सकते हो। e बीटा क्या आएगा 4 नाल आएगा, हो ना 4 times 4 cos of 45 इधर आएगा ना, कितना आएगा माइनस 4 cos 45 √2 आई कैप, है ना। ते फिर आ जाऊगा प्लस ऊपर नहीं आता 4 by √2 j कैप। पता लग रहा है ना कि कितना cos 45 ते sin 45 वैल्यू पुट करती है। Yes, sir. बन गया माइनस 2 √2 i कैप प्लस 2 √2 j कैप, आ बन गया ਤੁਹਾਡਾ e बीटा। ਹੁਣ ਜੇ ਮੈਨੂੰ ਕੋਈ ਪੁੱਛੇ ਨੈਟ ਇਲੈਕਟ੍ਰਿਕ ਫੀਲਡ ਤਾਂ ਇਸ ਫਾਰਮ ਚ ਇਹਨਾਂ ਦੋਨਾਂ ਦਾ ਐਡੀਸ਼ਨ ਹੀ ਹੋਏਗਾ ਨਾ। Yes, sir. ਤਾਂ ਕਿੰਨਾ ਬਣ ਗਿਆ ਇਹ ਮਾਈਨਸ √2 i कैप ਤੇ प्लस 3 √2 j कैप, ਆ ਸੀ ਆਨਸਰ ਹੈ। Okay. ਧਿਆਨ ਰੱਖਣਾ ਇਸ ਤਰ੍ਹਾਂ ਆਪਾਂ ਕਿਵੇਂ ਦੇਖੋ ਇਸ ਚੀਜ਼ ਨੂੰ ਯੂਜ਼ ਕੀਤਾ, ਡਾਇਰੈਕਟ ਫੀਲਡ ਇੱਕ ਪਾਸੇ ਪਤਾ ਕੀਤਾ, ਦੂਜਾ ਨੈਟ ਪੂਰਾ ਪਤਾ ਸੀਗਾ ਤਾਂ ਆਪਾਂ ਨੂੰ ਫਿਰ e ਬੀਟਾ ਪਤਾ ਕਰਨਾ ਪਿਆ। ਸਿੱਧਾ ਹੀ ਦੱਸ ਦਿੰਦੇ ਹੋ e ਬੀਟਾ ਵਾਲੇ ਪਾਸੇ ਵੀ ਇੰਨਾ ਘਟ ਰਿਹਾ ਸੀ ਇੰਨੀ ਦੂਰ ਜਾਣ ਤੇ, ਤਾਂ ਸਿੱਧਾ ਹੀ ਮੈਗਨੀਟਿਊਡ ਮਿਲ ਜਾਂਦਾ ਜਿਵੇਂ ਇਹਦਾ ਮਿਲ ਗਿਆ। ਫਿਰ ਆਪਾਂ ਦੋਨਾਂ ਨੂੰ i j k ਫਾਰਮ ਚ ਕਰਕੇ ਬਸ ਲਿਖਤਾ, ਹੋ ਤਾਂ ਕੁਝ ਵੀ ਨਹੀਂ ਕੀਤਾ। ਠੀਕ ਹੈ ਜੀ ਗੱਲ। Yes, sir. Yes. ਹੁਣ ਅਗਲਾ ਕੁਐਸਚਨ ਦੇਖੋ ਕਿਹੜਾ ਆ 7th। देखो 7th क्वेश्चन की कह रहा है, ये कह रहा है कंडक्टिंग स्फीयर इज enclosed by a hollow conducting shell. Initially the inner sphere has charge q while the outer one is uncharged. The potential difference between the two spherical surfaces is found to be v. Later on the outer shell is given a charge minus 4q. The net potential difference net potential difference between two surfaces is। ਹੁਣ ਤੁਸੀਂ ਧਿਆਨ ਨਾਲ ਸਮਝੋ ਗੱਲ ਨੂੰ। ਪਹਿਲੀ ਗੱਲ ਤਾਂ ਇਹ ਕਿ ਆ ਅੰਦਰ ਵਾਲਾ ਦੋ ਕੰਡੀਸ਼ਨ ਦਿੱਤੀਆਂ ਹੋਈਆਂ ਇਹਨਾਂ ਨੇ। ਪਹਿਲਾਂ ਤਾਂ ਕੀ ਹੈ ਆਊਟਰ ਵਨ ਇਜ਼ ਅਨਚਾਰਜਡ, ਹੈ ਨਾ। ਤਾਂ ਤੁਸੀਂ ਕੀ ਦੱਸੋ ਇਹ ਚ ਚਾਰਜ ਕਿਵੇਂ ਹੋਏਗਾ, ਅੰਦਰ ਕਿੰਨਾ ਆਏਗਾ। ਜਿਵੇਂ ਆ ਚਾਰਜ ਆ ਗਿਆ ਇੱਕ ਤਾਂ ਇਹ ਤੇ ਕਿਊ ਚਾਰਜ ਹੈਗਾ ਵਾ, ਇਹਦੇ ਬਾਹਰ ਇੱਕ ਹੋਲੋ ਸਫੀਅਰ ਹੋ ਗਿਆ। जे आ चार्ज क्यू आता है इनर सरफेस से कितना आएगा माइनस क्यू, Minus. Yes, sir. वहां पर जाएगा प्लस क्यू, ये तो पता ही है ना क्योंकि न्यूट्रल सी ना। फिर अगर द पोटेंशियल डिफरेंस बिटवीन द टू spherical surfaces is found to be v। सो एक ਤਾਂ ਸਰਫੇਸ ਤੁਹਾਡਾ ਇਹੀ ਆ ਆਪਣਾ, इसके ऊपर पोटेंशियल कितना है दसो मैनू, इस पॉइंट ते इस पॉइंट ते ਇਹਦੀ रेडियस गिवन नहीं कुछ No, भी नहीं। sir. ਤਾਂ ਐ ਕਰੋ ਇਹਦਾ ਰੇਡੀਅਸ ਤੁਸੀਂ ਮੰਨ ਲਓ r1 ਤੇ ਬਾਹਰਲੇ ਦਾ ਮੰਨ ਲਓ r2 ਨੂੰ ਐ ਕਰ। ਇਸ ਪੁਆਇੰਟ ਤੇ a ਪੁਆਇੰਟ ਤੇ ਜੇ ਮੈਂ ਗੱਲ ਕਰਾਂ ਤਾਂ ਪੋਟੈਂਸ਼ੀਅਲ ਕਿੰਨਾ ਹੋਏਗਾ, ਦੇਖੋ ਪੋਟੈਂਸ਼ੀਅਲ ਐਟ a ਉਹ ਕਿੰਨਾ ਹੋਏਗਾ k q ਡਿਵਾਈਡ ਬਾਈ r1 ਪਲੱਸ ਫਿਰ ਮਾਈਨਸ q ਜਿਹੜਾ ਅੰਦਰ ਲਾਏਗਾ ਉਹਦੇ ਕਰਕੇ ਹੋਊਗਾ k into minus q by r2 प्लस फिर अगर वो q करके भी होगा k into q by r2, है ना। चलो ए मुड़ कोड़ के ਤੁਹਾਨੂੰ ਪਤਾ ਇਹ ਕੱਟਿਆ ਗਿਆ ਤਾਂ ਆਊਗਾ ਬੇਸਿਕਲੀ ਆਹੀ ਹੈ ਨਾ। Yes, sir. ਇਹਦਾ ਆਪਾਂ ਦਾ ਪੂਰਾ ਲਿਖਣ ਦਾ ਤਰੀਕਾ ਉਹ ਦੇਖ ਰਹੇ ਹਾਂ। vb ਕਿਵੇਂ ਆਊਗਾ ਦੇਖੋ, ਜੇ b ਤੇ ਪੋਟੈਂਸ਼ੀਅਲ ਲਿਖਣਾ ਹੋਵੇ ਉਹ ਆਊਗਾ k into q divided by r2, है ना। ਆਹੀ ਆ ਜਾਊਗਾ ਬਸ, बाकी ये करके वही सेम ही आऊगा, माइनस क्यू करके वो नहीं होगा क्यू करके वो नहीं होगा तो मुड़ करके वो कैंसिल आएंगे तो के क्यू बाय r2 आऊगा। इना च पोटेंशियल डिफरेंस अच्छा देखो दोनों ज्यादा केड़ा है दसो, ए की बी, ए ते पोटेंशियल ज्यादा ना, तो va माइनस vb जड़ा है वो अपन कितना गिवन है, वो v गिवन है, इज फाउंड टू बी v। सो v कितना आ गया kq
1/r1 माइनस 1/r2। R2 दसो आ गल समझ लग गई सारा पहला जो गिवन आप लिखिया होता कुछ किता ही नहीं। यस ਹੁਣ ਉਹ ਕਹਿ ਰਹੇ ਨੇ ਹੁਣ ਅਸੀਂ ਕੀ ਕੀਤਾ, ਅਸੀਂ ਬਾਹਰਲੇ ਸ਼ੈਲ ਨੂੰ ਕੀ ਦਿੱਤਾ ਮਾਈਨਸ Q 4Q ਦੇਤਾ। ਹੁਣ ਜੇ ਫੇਰ ਉਹੀ ਕਰੋਗੇ ਤਾਂ ਅੰਦਰਲੇ Q ਤਾਂ ਇੱਥੇ -Q ਤਾਂ ਅੰਦਰ ਆਣੀ ਆ, ਪਰ ਜੇ ਟੋਟਲ -4Q ਦਿੱਤਾ ਤਾਂ ਬਾਹਰ ਕਿੰਨਾ ਆਏਗਾ? -3 ਨਾ -3 ਸੌਰੀ ਠੀਕ ਹੈ -3Q ਆਏਗਾ ਨਾ ਬਾਹਰ। yes sir ਹੁਣ ਜਦੋਂ ਪੋਟੈਂਸ਼ੀਅਲ ਲਿਖਣ ਲੱਗੋਗੇ ਤੁਸੀਂ V at A ਤੇ V at B ਤੱਕ ਕਿਵੇਂ ਲਿਖੋਗੇ? ਫਿਰ ਲਿਖ ਦਿੰਦੇ ਆ V at A in second case, V at A ਕੀ आएगा KQ by R1 फिर माइनस या प्लस K इंटू -Q by फिर वही R2 प्लस K इंटू फिर -3Q by R2। बेसिकली ये बन जाएगा KQ by R1 माइनस 4KQ by R2। हाँ समझ लगी। VB डैश देखो की होएगा इस केस में, इतने B डैश VB डैश मतलब B पॉइंट पोटेंशियल हुण इस केस वो भी होएगा KQ by R1 नहीं R2 फिर प्लस फिर K -Q by वही आएगा ठीक है। फिर क्या आएगा K इंटू -3Q by R2 ये वैसे बहुत फास्ट हो सकता सी, मैं एक एक करके ਜਿਹੜੀ ਆ ਟਰਮਾਂ ਲਿਖ ਰਿਹਾ ਕੈਂਸਲ ਕੋਸਲ ਹੋਣਾ ਨਹੀਂ, ਮੈਂ ਲਿਖਣੀ ਨਹੀਂ ਸੀ, ਸਿੰਪਲ ਜੀ ਗੱਲ ਆ, ਬਾਹਰ ਚਾਰਜ ਨਹੀਂ ਸੀਗਾ। ਇੱਥੇ ਮੈਂ ਸਿੱਧਾ ਹੀ -4Q ਲੈ ਲੈਣਾ ਸੀ, ਮੈਂ ਅੰਦਰਲੇ ਬਾਹਰਲੇ ਦੀ ਗੱਲ ਨਹੀਂ ਕਰਨੀ ਸੀ ਕਿਉਂਕਿ ਇੱਥੇ ਕਿਹੜਾ ਇਨਰ ਤੇ ਆਊਟਰ ਫੇਸ ਦਾ ਰੇਡੀਅਸ ਅਲੱਗ-ਅਲੱਗ ਹੈ ਨਾ, ਪਰ ਮੈਂ ਤੁਹਾਡੇ ਲਈ ਬਸ ਇੱਕ ਇੱਕ ਚੀਜ਼ ਲਿਖ ਰਿਹਾ ਕਿ ਤੁਹਾਨੂੰ ਬਸ ਗੱਲ ਸਮਝ ਲੱਗ ਗਈ। ਸੋ ਆ ਕੀ ਨਾ ਆਏਗਾ KQ by R2 -4KQ by R2 yes sir ਤੇ ਜਦੋਂ ਤੁਸੀਂ ਕਰੋਗੇ ਸੌਰੀ ਇਹਨਾਂ ਨੂੰ ਮਾਈਨਸ ਕਰੋਗੇ ਤਾਂ ਫਿਰ ਆ ਕੱਟੇ ਜਾਣਗੇ ਨਾ, ਕਿੰਨਾ ਆਏਗਾ ਆਂਸਰ? ਸੇਮ ਹੀ ਆਏਗਾ ਕਿ ਨਹੀਂ? yes sir ਆਂਸਰ ਆਣਾ ਜੀ ਕਿ ਕੋਈ ਹੋਰ ਆਂਸਰ ਕੀ ਬਣਾ? ही है ਬਸ ਠੀਕ ਹੈ। ਬਸ ਉਹ ਇਹਨੇ ਤੁਹਾਨੂੰ ਭੁਲੇਖਾ ਪਾਇਆ ਗਿਆ ਸੀ ਕਿ ਜੇ ਬਾਹਰਲੇ ਉੱਤੇ ਦਿੱਤਾ ਤਾਂ ਫਿਰ ਉਹ ਚ ਕਿੰਨਾ ਆਏਗਾ ਜੇ ਪਹਿਲਾਂ ਪ੍ਰੈਸ਼ਰ ਡਿਫਰੈਂਸ ਹੁੰਦਾ ਸੀ, ਕਿਉਂਕਿ ਅਸਲ ਵਿੱਚ ਕਿਉਂ ਨਹੀਂ ਆ ਰਿਹਾ ਸੀ ਸੋਚਿਆ ਵੀ ਕਰੋ ਨਾ ਥੋੜਾ। ਅਸਲ ਵਿੱਚ ਤੁਸੀਂ ਬਾਹਰਲੇ ਸਰਫੇਸ ਨੂੰ ਚਾਰਜ ਚਾਹੇ -4Q ਦਿੱਤਾ ਜਾਂ ਕੋਈ ਵੀ ਚਾਰਜ ਦਿੱਤਾ ਨਾ, ਉਹ ਚਾਰਜ ਦੇ ਕਰਕੇ ਜੋ ਵੀ ਡਿਸਟ੍ਰੀਬਿਊਸ਼ਨ ਹੋਏਗਾ ਇੱਥੇ ਨੈਟ ਚਾਰਜ, ਉਹ ਨੈਟ ਚਾਰਜ ਨੇ ਅੰਦਰਲੇ ਪੋਟੈਂਸ਼ੀਅਲ ਚ ਕੰਟਰੀਬਿਊਟ ਹੀ ਨਹੀਂ ਕਰਨਾ। पोटेंशियल डिफरेंस कंट्रीब्यूट सिर्फ अंदरला चार्ज करता है। इसे देखो आ देखो पोटेंशियल डिफरेंस आ देखो पोटेंशियल माइनस करो फिर के क्यू अकला क्यू सर्वाइव कर देना ये तो कट्टे जाएंगे। बाहर केड़ा चार्ज है ये फर्क नहीं पैंदा। अच्छा फर्क कदों पै सकता सी कि जे बाहरला रेडियस वखरा हुंदा इस तरह कोई शैल जिहा हुंदा इस तरह ते अंदरले पासे चार्ज कोई होर ते बाहरले चार्ज दा रेडियस वखरा हुंदा फिर इस जगह ते एदा वखरा ते एदा वखरा असर पैना सी। फिर समझ लग रही गल? फिर शायद रेडियस दा असर पैंदा या कुछ पैंदा ये तुसीं देखियो। सो पर बेसिक गल वही है आपां काम उवें कर रहे हैं फॉर्मूले वही ला रहे हैं कुछ भी नवा नहीं कर रहे। अनुराग है प्रेजेंट? हाँ जी सर। समझ लग रही गल? हाँ जी सर हाँ जी। इस तो बाद देखो की है 6वां 6th क्वेश्चन देखो। So this is consider a triangular surface whose vertices are 3 points having coordinates this much, this much, this much. If there is a uniform electric field in a then flux linked to triangular surface ABC is. देखो एक किवें दी सिचुएशन किवें दी बड़ा इमेजिन करया करो थोड़ा इमेजिन करके देखो कि किस तरह की बन रही है पिक्चर। जिवें जिवें कि आ होगी मान लो x एक्सिस y एक्सिस एंड z एक्सिस इस तरह सोचो इन्हों 3 डायमेंशनली ते अपने को एक पॉइंट है 2a, 0 यानी कि आ बन जाएगा मान लो 2a 0 0 a x एक्सिस वाले पासे है y एक्सिस वाले पासे 0a 0 है तो इत्थे कल्ला a है इतनी दूरी ते आ गया मान लो 0a 0 ते होर की है 0 0 a है तो आ 0 0 a आ वाला पॉइंट हो गया z एक्सिस ते 0 0 a ते तुसी इमेजिन कर पा रहे हो देखो कि आ वाला जो सरफेस है ना आ ट्रायंगल जी बनेगी आ वाली आ ट्रायंगुलर सरफेस बनेगा।
ਸਮਝ ਲੱਗੀ ਗੱਲ ਸਾਰਿਆਂ ਨੂੰ? 3 ਡਾਇਮੈਂਸ਼ਨਲੀ ਸੋਚ ਕੇ ਦੇਖੋ, ਆਪਣੇ ਕਮਰੇ ਦੇ ਕੋਨੇ ਤੋਂ ਸੋਚੋ ਜਿਵੇਂ ਆਪਾਂ ਇੱਕ ਸਾਈਡ ਤੇ ਇਸ ਤਰ੍ਹਾਂ ਦੀ ਸ਼ੀਟ ਲਾਈਏ ਤੇ ਉਹ ਜਿਹੜੇ ਤਿੰਨੋਂ ਐਕਸਿਸ ਰੂਮ ਦੇ ਕਾਰਨਰ ਤੇ ਬਣਦੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਪੁਆਇੰਟ ਤੇ ਕੱਟ ਕਰ ਰਿਹਾ ਤਾਂ ਆਹ ਵਾਲਾ ਰੀਜਨ ਹੈ ਟ੍ਰਾਇੰਗਲ ਰੀਜਨ, ਤੇ ਆਹ ਆਪਣਾ ਇਲੈਕਟ੍ਰਿਕ ਫੀਲਡ ਹੈ। ਠੀਕ ਹੈ, ਆ ਇਲੈਕਟ੍ਰਿਕ ਫੀਲਡ ਆਪਾਂ ਫਲਕਸ ਲਿੰਕਡ ਵਿਦ ਦਾ ਟ੍ਰਾਇੰਗਲ ਸਰਫੇਸ, ਆਹ ਵਾਲੇ ਟ੍ਰਾਇੰਗਲ ਸਰਫੇਸ ਨਾਲ ਫਲਕਸ ਲਿੰਕ ਫਾਈਂਡ ਕਰਨਾ ਹੈ, ਯਾਨੀ ਕਿ ਇਕੱਲਾ ਮੈਗਨੀਟਿਊਡ ਫਾਈਂਡ ਕਰਨਾ ਹੈ। ਇਹਦਾ ਏਰੀਆ ਵੈਕਟਰ ਮੈਂ ਜਿੱਧਰ ਮਰਜ਼ੀ ਲੈ ਸਕਦਾ ਹਾਂ, ਪਰ ਇਹਦਾ ਏਰੀਆ ਵੈਕਟਰ ਹੋਏਗਾ ਕਿੱਧਰ ਨੂੰ? ਸੋਚੋ ਤੁਸੀਂ ਕਿਵੇਂ ਕੀਤਾ ਇਹਨੂੰ, ਕਿਵੇਂ ਜਿਵੇਂ ਇਹਨੂੰ ਕਈ ਤਰ੍ਹਾਂ ਕਰ ਸਕਦੇ ਹਾਂ ਵੈਸੇ ਆਪਾਂ, ਜਿਵੇਂ ਦੇਖੋ ਕਿਉਂਕਿ ਇਲੈਕਟ੍ਰਿਕ ਫੀਲਡ ਨਾਲ ਜੇ ਮੈਂ ਜਿਹੜਾ ਪਹਿਲਾਂ ਇਲੈਕਟ੍ਰਿਕ ਫੀਲਡ ਜਿਹੜਾ ਮੇਰਾ ਹੈ ਉਹਦੇ ਕੰਪੋਨੈਂਟ ਸਾਰੇ ਪਾਸੇ ਨੇ, E naught I cap plus 2 E naught J cap plus 3 E naught K cap। ਯਾਦ ਕਰੋ ਤੁਹਾਨੂੰ ਫਲਕਸ ਜੋ ਕਰਵਾਇਆ ਸੀ ਇਹ ਚ ਇਲੈਕਟ੍ਰਿਕ ਫੀਲਡ ਟੋਟਲ ਦਾ ਇਹ ਹੈ, ਪਰ ਇਹਦਾ I cap ਵਾਲੇ ਪਾਸੇ ਕੰਪੋਨੈਂਟ ਇੰਨਾ ਹੈ। ਜਿਹੜਾ I cap ਵਾਲੇ ਪਾਸੇ ਕੰਪੋਨੈਂਟ ਹੈ ਆਹ ਵਾਲਾ E naught, ਇਹਦੇ ਕਰਕੇ ਜਿਹੜਾ ਫਲਕਸ ਆਏਗਾ ਇਸ ਟ੍ਰਾਇੰਗੂਲਰ ਸਰਫੇਸ ਤੋਂ ਉਹ ਉਹੀ ਨਹੀਂ ਆਏਗਾ ਜਿਹੜਾ ਇਸ ਟ੍ਰਾਇੰਗਲ ਵਿੱਚੋਂ ਆਏਗਾ। ਦੇਖੋ ਸਮਝ ਲੱਗ ਰਹੀ ਗੱਲ? ਜਿਹੜਾ ਆ ਬਲੈਕ ਕਲਰ ਦੀ ਟ੍ਰਾਇੰਗਲ ਜਿਵੇਂ ਬਣਾਈ ਆ, ਆਹ ਵਾਲੀ ਟ੍ਰਾਇੰਗਲ ਚੋਂ ਜਿੰਨੀਆਂ ਵੀ ਲਾਈਨਸ ਪਾਸ ਕਰਨਗੀਆਂ ਉਹੀ ਤਾਂ ਇਸ ਟ੍ਰਾਇੰਗਲ ਚੋਂ ਪਾਸ ਕਰਨਗੀਆਂ ਨਾ ਪੂਰੇ, ਕਿ ਨਹੀਂ? ਯੈਸ ਸਰ। ਤਾਂ ਬੇਸਿਕਲੀ ਕੁਝ ਨਹੀਂ ਕਰਨਾ, ਆਪਾਂ ਇੱਥੇ ਸਿੰਪਲੀ ਆਹ ਵਾਲੇ ਇਲੈਕਟ੍ਰਿਕ ਫੀਲਡ ਨੂੰ ਆਹ ਵਾਲੇ ਏਰੀਆ ਨਾਲ ਮਲਟੀਪਲਾਈ ਕਰ ਦਿੰਦੇ ਆ, ਫਲਕਸ ਆ ਜਾਏਗਾ ਆਪਣੇ ਕੋਲ ਇਸ ਕੰਪੋਨੈਂਟ ਦੇ ਕਰਕੇ। ਉਹ ਕਿੰਨਾ ਆਏਗਾ? E naught ਇਨਟੂ ਆਹ ਵਾਲਾ ਜਿਹੜੇ ਇਹ ਚ ਹੈਗਾ, ਇਹ ਚ ਆ ਵੀ A ਹੈ ਤੇ ਆ ਵੀ A ਹੈ, ਤੇ ਆਪਣੀ ਟ੍ਰਾਇੰਗਲ ਦਾ ਏਰੀਆ ਕੀ ਹੁੰਦਾ? ਹਾਫ ਇਨਟੂ ਬੇਸ ਇਨਟੂ ਹਾਈਟ। ਯੈਸ ਸਰ। ਆਹ ਲਗਾ ਲਓ ਪਲੱਸ। ਹੁਣ ਜਦੋਂ ਤੁਸੀਂ ਗੱਲ ਕਰੋਗੇ ਆਦੀ ਜੇ ਕੈਪ ਦੀ, ਜੇ ਕੈਪ ਕਿੱਧਰ ਨੂੰ ਹੁੰਦਾ ਹੈ? ਇੱਧਰ ਨੂੰ ਹੁੰਦਾ ਹੈ ਨਾ, ਉੱਪਰ ਨੂੰ ਲਾ ਲਓ। ਇਹ ਕਿੰਨਾ ਹੈ? 2 E naught ਹੈ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ। ਉਹ ਬੇਸਿਕਲੀ 2 E naught ਜਿਹੜਾ ਆ ਉਹ ਕਿਹਦੇ ਵਿੱਚੋਂ ਫਲਕਸ ਆਏਗਾ? ਜੇ ਪਰਪੈਂਡੀਕੂਲਰ ਮੈਂ ਇਹਦਾ ਪ੍ਰੋਜੈਕਸ਼ਨ ਲਵਾਂ, ਪ੍ਰੋਜੈਕਸ਼ਨ ਵਾਲੇ ਕੁਐਸਚਨ ਕਰਾਏ ਸੀ ਨਾ, ਸਿਲੰਡਰ ਲਈ ਆਪਾਂ ਰੈਕਟੈਂਗਲ ਵੀ ਬਣਾ ਲੈਂਦੇ ਸੀ, ਆਹ ਵਾਲੇ ਟ੍ਰਾਇੰਗਲ ਆਏਗੀ ਕਿ ਨਹੀਂ ਪਰਪੈਂਡੀਕੂਲਰ ਦੇ? ਤਾਂ ਬੇਸਿਕਲੀ ਇਹ ਕੀ ਆਏਗਾ? 2 ਟਾਈਮਸ E naught ਗੁਣਾ ਕਿਹਦੇ ਨਾਲ ਕਰਾਂਗਾ ਮੈਂ? ਇਹ ਬੇਸ ਤੇ ਹਾਈਟ ਜੋ ਮਰਜ਼ੀ ਲੈ ਲਓ, ਇਹਦੀ 2a ਤੇ ਇਹਦੀ a, ਹਾਫ ਇਨਟੂ 2a ਇਨਟੂ a ਸਕੁਅਰ ਆ ਗਿਆ। ਯੈਸ ਸਰ। ਹੁਣ ਕਿਹੜਾ ਰਹਿ ਗਿਆ ਦੇਖੋ, ਇੱਕ 3m sin। ਕਿੱਧਰ ਨੂੰ ਆ? ਇੱਧਰ ਬਾਹਰ ਨੂੰ ਆ, ਇੱਕਦਮ ਬਾਹਰ ਨੂੰ। ਸੋਚੋ ਜੇ ਇੱਥੋਂ z ਐਕਸਿਸ ਬਾਹਰ ਨੂੰ ਆ ਰਹੀ ਹੈ ਤਾਂ ਬੇਸਿਕਲੀ ਆਹ ਵਾਲੀ ਟ੍ਰਾਇੰਗਲ ਜਿਹੜੀ ਇੱਕਦਮ ਸਾਹਮਣੇ ਦਿਖ ਰਹੀ ਹੈ ਤੁਹਾਨੂੰ, ਜਿਹੜੀ x y ਪਲੇਨ ਦੇ ਵਿੱਚ ਹੈ, ਇਹ ਵਾਲੀ ਟ੍ਰਾਇੰਗਲ ਆਏਗੀ ਨਾ ਫਿਰ? yes sir ਉਹ ਵੀ ਹੋਈ ਆਏਗੀ 2 E naught ਨਹੀਂ 3 E naught 3 E naught ਇਨਟੂ ਕਿੰਨੀ ਟ੍ਰਾਇੰਗਲ ਹੈ? ਹਾਫ ਇਨਟੂ ਬੇਸ ਇਨਟੂ ਹਾਈਟ, ਉਹੀ ਆ ਗਿਆ a ਸਕੁਅਰ। ਤਾਂ ਬੇਸਿਕਲੀ ਇਹ ਬਣ ਗਿਆ 5 ਤੇ 1/2 11/2 ਹੋ ਗਿਆ। yes sir 11/2 ਆ ਰਿਹਾ ਨਾ ਸਰ? Yes, sir. ਬਸ ਠੀਕ ਹੈ। ਸੋ ਇੱਥੇ ਕੀ ਕੀਤਾ? ਇੱਥੇ ਇਹ ਕਈ ਤਰ੍ਹਾਂ ਹੋ ਸਕਦਾ ਸੀ ਵੈਸੇ, ਕੁਝ ਤੁਹਾਨੂੰ ਦੱਸਾਂ ਜਿਹੜੇ ਦਾ ਬੱਚੇ ਤੁਹਾਡੇ ਚ ਨਾਨ ਮੈਡੀਕਲ ਵਾਲੇ ਨੇ, ਤੁਹਾਡੇ ਲਈ ਇਹ ਸਵਾਲ ਕੋਈ ਐਡਾ ਵੱਡਾ ਸ਼ਾਇਦ ਕੈਲਕੂਲੇਸ਼ਨ ਤੁਹਾਨੂੰ ਨਾ ਕਰਨੇ ਪਏ। ਮੈਡੀਕਲ ਲਈ ਇਹ ਠੀਕ ਹੈ ਮੈਥਡ ਜਿਹੜਾ ਮੈਂ ਦੱਸਿਆ ਹੋਣੀ, ਕਿਉਂਕਿ ਤੁਸੀਂ ਬੇਸਿਕਲੀ ਪ੍ਰੋਜੈਕਸ਼ਨ ਨਾਲ ਬੜੇ ਸੌਖੇ ਕੱਢ ਲਿਆ ਇਹਨੂੰ। ਅਦਰਵਾਈਜ਼ ਸਿੰਪਲ ਜੀ ਗੱਲ ਹੈ, ਇਲੈਕਟ੍ਰਿਕ ਫੀਲਡ ਦਾ ਏਰੀਆ ਵੈਕਟਰ ਦੇ ਨਾਲ ਡਾਟ ਪ੍ਰੋਡਕਟ ਕਰਕੇ ਆ ਜਾਣਾ ਚਾਹੀਦਾ ਕਿ ਨਹੀਂ? ਦੱਸੋ ਮੈਨੂੰ ਡਾਇਰੈਕਟਲੀ। ਸਾਨੂੰ ਏਰੀਆ ਵੈਕਟਰ ਜਿਹੜਾ ਨਾ, ਉਹ ਏਰੀਆ ਵੈਕਟਰ ਦੇ ਨਾਰਮਲ ਦਾ ਵੈਕਟਰ ਫਾਈਂਡ ਕਰਨਾ ਆਣਾ ਚਾਹੀਦਾ ਹੈ। ਉਹ ਬਹੁਤ ਸੌਖਾ ਕੰਮ ਹੈ। ਇਹ 3 ਡਾਇਮੈਂਸ਼ਨਲ ਜਿਓਮੈਟਰੀ ਚ ਤੁਹਾਨੂੰ ਮੈਥ ਵਿੱਚ ਸਰ ਸਿਖਾਣਗੇ, ਮੈਥ ਵਾਲੇ। ਠੀਕ ਹੈ, ਇਹ ਬਹੁਤ ਹੀ ਸਿੱਧਾ ਜਿਹਾ ਮਾਮਲਾ ਹੈ ਐਕਚੁਅਲੀ, ਬਹੁਤ ਸਿੰਪਲ ਇਹਦੀ ਇਕੁਏਸ਼ਨ ਬਣ ਜਾਣੀ ਪਲੇਨ ਦੀ ਤੇ ਨਾਰਮਲ ਵੈਕਟਰ ਨਿਕਲ ਜਾਣਾ ਹੈ। ਪਰ ਇੱਥੇ ਤੁਸੀਂ ਟੈਨਸ਼ਨ ਨਾ ਲਓ, ਹਲੇ ਤੁਸੀਂ ਆਈ ਠੀਕ ਹੈ ਪ੍ਰੋਜੈਕਸ਼ਨ ਨਾਲ ਕਰਨਾ ਸਿੱਖੋ ਕਿ ਇਲੈਕਟ੍ਰਿਕ ਫੀਲਡ ਦੇ ਕੰਪੋਨੈਂਟਸ ਨੂੰ ਤਿੰਨਾਂ ਹਿੱਸਿਆਂ ਨੂੰ ਤੋੜ ਕੇ ਇਸ ਟ੍ਰਾਇੰਗਲ ਦੀ ਪਰਛਾਈ ਹਰੇਕ ਸਰਫੇਸ ਤੇ ਰੱਖ ਕੇ ਕਿਵੇਂ ਕੈਲਕੂਲੇਟ ਕੀਤਾ, ਆਨਸਰ ਆ ਗਿਆ। अनुराग पता लग रहा? हाँ जी सर। सर एक ਵਿੱਚ ਐਵੇਂ ਵੀ ਕਰ ਸਕਦੇ ਕਿ ਜੰਪਰ ਨੂੰ ਪਤਾ ਹੈ ਕਿ ਟੋਟਲ ਫਲਕਸ ਤਾਂ ਜ਼ੀਰੋ ਹੀ ਹੋਏਗਾ ਸਰ। नहीं क्यों जीरो होएगा भरावा, ये ओपन सरफेस है, ये कोई क्लोज सरफेस ही नहीं है पहली गल तो। ਨਹੀਂ ਸਰ ਜੇ ਆਪਾਂ ਸਾਰੀ ਸਾਈਡਸ ਨੂੰ ਮੰਨੀਏ अच्छा सारी साइड ਨੂੰ, हाँ 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 बिल्कुल कर सकते हैं ਸਰ। ਮੈਂ ਉਵੇਂ ਕੀਤਾ ਸੀ। हाँ तो सारी साइड ਨੂੰ करेंगे तो फिर आ ब्लैक वाले ਦਾ ਜਿਹੜਾ ਆਇਆ, ਜਿਹੜਾ ਹੁਣੀ ਮੈਂ ਕਰ ਰਿਹਾ ਸੀ, एक ग्रीन वाले ਵਿੱਚੋਂ ਕੱਢੇਗਾ ਇਲੈਕਟ੍ਰਿਕ ਫੀਲਡ ਦਾ ਇਹੀ ਕੰਪੋਨੈਂਟ ਕੰਟਰੀਬਿਊਟ ਕਰੇਗਾ ਇੱਕੋ ਨਾ, ਇਹ ਯੈਲੋ ਵਾਲੇ ਵਿੱਚ ਉਹ ਸਾਰਾ ਕਰਕੇ ਜਿਹੜਾ 11 E naught a square by 2 ਆ ਜਾਏਗਾ, प्लस तू लिखेगा फिर ट्रायंगल का फ्लक्स है ना। हाँ जी सर इज इक्वल टू 0। ठीक है, फिर इक्वल टू 0 का फिर फ्लक्स आ जाएगा। हाँ जी सर ठीक है ना, जे तो क्लोज सरफेस की तरह सोचना चाहे ता, पर आंसर ਦੇ ਵਿੱਚ ਫਰਕ ਨਹੀਂ ਆਏਗਾ। ਇਸ ਲਈ ਉਹਨਾਂ ਨੇ ਫਲਕਸ ਲਿੰਕ ਜਦੋਂ ਓਪਨ ਸਰਫੇਸ ਲਈ ਪੁੱਛਦੇ ਨੇ ਪਲੱਸ ਮਾਈਨਸ ਵਾਲੀ ਕੋਈ ਇਸ ਤਰ੍ਹਾਂ ਦੀ ਡਾਊਟਫੁਲ ਨਹੀਂ ਹੁੰਦਾ। ਯਾਨੀ ਤੇ -11 ਵੀ ਆਂਸਰ ਦਿੱਤਾ ਹੋਵੇ +11 ਇਹ ਨਹੀਂ ਹੋਏਗਾ।
ठीक है। हाँ जी सर। बाकी 3D ਜਿਓਮੈਟਰੀ ਵਾਲਾ ਮੈਂ ਤੁਹਾਨੂੰ ਕਨਸੈਪਟ ਹੁਣੇ ਨਹੀਂ ਦੱਸੂਗਾ ਕਿਉਂਕਿ ਉਹ ਤੁਹਾਡੇ ਆਈ ਜਾਣਾ ਬਾਅਦ ਚ ਅੱਗੇ ਜਾ ਕੇ। ਤੇ ਆਪਾਂ ਨੌਵਾਂ ਕੁਐਸਚਨ ਕਰਦੇ ਹਾਂ। ਨੌਵਾਂ ਕੁਐਸਚਨ ਵੈਸੇ ਜਿਨ੍ਹਾਂ ਨੇ ਪਹਿਲਾਂ ਕੈਵਿਟੀ ਦੇ ਕੁਐਸਚਨਸ ਕੀਤੇ ਹੋਏ ਸੀ ਉਹਨਾਂ ਲਈ ਕੁਝ ਵੀ ਨਹੀਂ ਸੀਗਾ ਕਿਉਂਕਿ ਇਸ ਦਾ ਸਿਰਫ ਆਪਾਂ ਪੋਟੈਂਸ਼ੀਅਲ ਦੀ ਗੱਲ ਕਰਨੀ ਆ, ਆਪਾਂ ਉਹਦਾ ਫੀਲਡ ਕੀਤਾ ਸੀ ਕਿੰਨਾ ਚੰਗੀ ਤਰ੍ਹਾਂ ਆਪਾਂ ਡਿਟੇਲ ਚ। ਸੋ ਇਹ ਔਖਾ ਤਾਂ ਨਹੀਂ ਹੈ ਪਰ ਚਲੋ ਕਰਦੇ ਹਾਂ ਡਿਸਕਸ। ਸੋਲਿਡ ਸਫੀਅਰ ਹੈਗਾ ਜੀ, ਇਹਦੀ यूनिफॉर्म डेंसिटी ਇੰਨੀ ਆ, डेंसिटी फॉर्म 'ਚ ਆਂਸਰ ਦੇ ਦੇਣਾ ਆ। रेडियस r गिवन है, सब कुछ ਤੁਹਾਡੇ ਸਾਹਮਣੇ ਹੈ। spherical cavity of radius, spherical cavity ਦਾ radius r/2 ਹੈ। ਯਾਦ ਰੱਖਿਓ ਜਦੋਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਪਿਕਚਰ ਆਂਦੀ ਹੈ ਨਾ, ਡਾਇਗਰਾਮ ਆਂਦਾ ਹੈ, ਬੱਚੇ ਇਹਨਾਂ ਨੂੰ ਡਿਸਕ ਵਾਂਗ ਸੋਚਣ ਲੱਗ ਜਾਂਦੇ ਨੇ, ਡਿਸਕ ਕੱਟਣ ਲੱਗ ਜਾਂਦੇ ਨੇ। ਇਮੇਜਿਨ ਕਰੋ ਇੱਕ ਬਾਲ ਹੈ, ਬਾਲ ਦੇ ਅੰਦਰੋਂ ਬਾਲ ਕੱਢੀ ਹੋਈ ਹੈ, ਸਮਝ ਲਓ ਇੱਕ ਛੋਟੀ ਚੀਜ਼ ਤਰ੍ਹਾਂ, ਠੀਕ ਹੈ। ਤੇ ਹੁਣ ਪਤਾ ਕਰ ਰਹੇ ਹਾਂ spherical cavity, what is the potential at O, ਇਹ ਜ਼ੀਰੋ ਨਹੀਂ ਹੈ ਵੀ O ਹੈ, ठीक है। चलो ये तो पता लग गई। ओ ते पोटेंशियल किवें पता करोगे, देखो ओ ते पोटेंशियल पता करने लिए पहला तो तुसी ऐ करो, पूरे जेडे स्फीयर दे करके तुसी पोटेंशियल पता कर लो सेंटर ते कीता सी ना रिजल्ट जाए। देखो किसी का रिजल्ट जिवें आपां कीता सी ओदे लई कहते इलैक्ट्रिक फील्ड ਲਈ ਵੀ ਕੀਤਾ ਸੀ ਨਾ ਵੀ ਅੰਦਰ ਇਨਸਾਈਡ ਇਲੈਕਟ੍ਰਿਕ ਫੀਲਡ ਜਿਵੇਂ ਕਿਸੇ ਪੁਆਇੰਟ ਤੇ ਕਿਵੇਂ ਫਾਈਂਡ ਕਰਾਂਗੇ, ਉਵੇਂ ਆਪਾਂ ਪੋਟੈਂਸ਼ੀਅਲ ਲਈ ਵੀ ਕੀਤਾ ਸੀ ਕਿ ਕਿਸੇ ਪੁਆਇੰਟ ਤੇ ਮਤਲਬ ਜਿਹੜਾ ਪੋਟੈਂਸ਼ੀਅਲ ਆ ਉਹਨੂੰ ਕਿਵੇਂ ਫਾਈਂਡ ਕਰਾਂਗੇ ਇਨ ਟਰਮਸ ਆਫ ਸਮਾਲ r ਐਂਡ ਕੈਪੀਟਲ R, ਵੇਅਰ ਕੈਪੀਟਲ R ਇਜ਼ ਰੇਡੀਅਸ ਆਫ ਦਿਸ ਸਫੀਅਰ, ਤੇ ਸਮਾਲ r ਵਿੱਚ ਜਿਵੇਂ ਕਹ ਲਓ ਕੋਈ ਪੁਆਇੰਟ P ਹੈਗਾ ਉਹ r ਡਿਸਟੈਂਸ ਤੇ ਆ, ਤਾਂ ਉੱਥੇ ਕਿਵੇਂ ਪਤਾ ਕਰਦੇ ਆ। ਤੇ ਦੱਸੋ ਵੀ ਕੀ ਫਾਰਮੂਲਾ ਆ। 3/2 KQ by हाँ जी, KQ by 2R cube 2R cube and R square minus R square minus 3R square 3R square minus all R R square, ठीक है। ਹੁਣ ਇਹ ਵਿੱਚ ਜੇ ਸੈਂਟਰ 'ਚ ਪਤਾ ਕਰਨਾ ਹੋਵੇ ਤਾਂ ਆਪਾਂ ਕੀ ਕਰਦੇ ਸੀ ਵੀ R ਕਿੰਨਾ 0 जी ਤਾਂ ਕਿਸੇ ਵੀ ਸਫੀਅਰ ਦੇ ਸੈਂਟਰ ਤੇ ਜੇ ਆਪਣਾ ਪਤਾ ਹੋਵੇ ਆਪਾਂ ਕੀ ਲਿਖਦੇ ਸੀ KQ by सॉरी 3KQ by 2R, ਯਾਦ ਹੈ ਇਹ ਗੱਲ। yes sir ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਕਿਉਂਕਿ ਇਹਦੇ ਕੋ ਆਨਸਰ ਦੇਖ ਲਿਆ ਕਰੋ, ਆਨਸਰ 'ਚ ਐਪਸਾਈਲਨ ਨੋਟ ਵੀ ਹੈ, ਡੈਂਸਿਟੀ ਵੀ ਹੈ, ਯਾਨੀ ਕਿ ਪਹਿਲੀ ਗੱਲ ਤਾਂ ਇੱਥੇ ਮੈਂ K ਦੀ ਜਗ੍ਹਾ ਕੀ ਲਿਖੂੰਗਾ 1/4 epsilon मैं 4 पाई ਤੇ Q ਦੀ ਜਗ੍ਹਾ ਕੀ ਲਿਖੂੰਗਾ rho into 4/3 pi R cube, ਇਹ ਸਭ ਬਾਅਦ 'ਚ ਲਿਖ ਲਾਂਗੇ ਆਪਾਂ, ਠੀਕ ਹੈ। yes sir ਪਰ ਪਹਿਲਾਂ ਤਾਂ ਆਪਾਂ ਨੂੰ ਲੋੜ ਹੈਗੀ ਹੈ ਕਿ ਆਪਾਂ ਇਹਦੇ ਵਿੱਚੋਂ ਜਦੋਂ ਕੈਵਿਟੀ ਕੱਢਣੀ ਹੈ ਤਾਂ ਇਹਨੂੰ ਬਾਹਰ ਕਰਨਾ ਹੈ ਨਾ ਇਹਨੇ ਨੂੰ, ਤਾਂ ਇਸ ਜਗ੍ਹਾ ਤੇ ਕੈਵਿਟੀ ਦੇ ਵਿੱਚ ਜਿੰਨਾ ਚਾਰਜ ਸੀਗਾ ਉਹਦੇ ਕਰਕੇ ਜਿੰਨਾ ਪੋਟੈਂਸ਼ੀਅਲ ਆ ਰਿਹਾ ਸੀ ਉਹਨੂੰ ਮਾਈਨਸ ਕਰਨਾ ਪੈਣਾ, ਕਿਉਂਕਿ ਇਹਦਾ ਪੋਟੈਂਸ਼ੀਅਲ ਵੀ ਇੱਥੇ ਐਡ ਹੋ ਗਿਆ ਹੋਣਾ, ਪੋਟੈਂਸ਼ੀਅਲ ਤਾਂ ਸਾਰੇ ਕਰਕੇ ਪੋਜ਼ਿਟਿਵ ਆਈ ਜਾਣਾ ਨਾ, ਤਾਂ ਮਾਈਨਸ ਕਰਾਂਗੇ ਪੋਟੈਂਸ਼ੀਅਲ ਡਿਊ ਟੂ ਦਿਸ ਕੈਵਿਟੀ, ਐਂਡ ਕੈਵਿਟੀ ਦਾ ਰੇਡੀਅਸ ਜੇ r/2 ਹੈ ਤੇ ਕੈਵਿਟੀ ਚ ਚਾਰਜ ਮੰਨ ਲਓ q ਹੈ, ਤਾਂ ਬੇਸਿਕਲੀ ਉਹ ਕੀ ਆਏਗਾ KQ divided by r/2 r/2 ਯੂੰਗੇ r/2, ਠੀਕ ਹੈ। ਇਹ ਆ ਜਾਏਗਾ। ਫਿਰ Q ਦੀ ਵੈਲਿਊ ਕਿਵੇਂ ਆਏਗੀ ਇਹ ਚ, Q ਦੀ ਵੈਲਿਊ ਤੁਹਾਨੂੰ ਪਤਾ ਹੀ ਹੈ ਕਿਵੇਂ ਆਪਾਂ ਪੁੱਟ ਕਰਦੇ ਆ, ਦੇਖੋ Q ਦੀ ਵੈਲਿਊ ਕੀ ਆਏਗੀ ਇਨ ਟਰਮਸ ਆਫ ਡੈਂਸਿਟੀ ਆਏਗੀ ਨਾ ਰੋ ਇਨਟੂ ਆਹੀ ਆਏਗੀ ਨਾ, ਦੇਖੋ ਸੋ Q ਦੀ ਵੈਲਿਊ ਆ ਜਾਏਗੀ ਤੇ R ਉਹ ਪਤਾ ਹੀ ਹੈ, K ਦੀ ਵੈਲਿਊ ਫਿਰ 1/4 ਐਪਸੀਲਨ ਪੁੱਟ ਕਰ ਦੋਗੇ, ਆਂਸਰ ਆ ਜਾਏਗਾ ਤੁਹਾਡੇ ਕੋਲ। ਸੋ ਤੁਹਾਡੇ ਕੋਲ ਨੈਟ ਆਂਸਰ ਕੀ ਆਏਗਾ, ਪਹਿਲਾ ਤਾਂ ਪੋਟੈਂਸ਼ੀਅਲ ਡਿਊ ਟੂ ਦਾ ਸਫੀਅਰ ਜਦੋਂ ਕੈਵਿਟੀ ਨਹੀਂ ਬਣਾਈ ਸੀ, ਸੋ ਦੈਟ ਇਜ਼ 3, ਚਲੋ K ਬਾਅਦ ਪੁੱਟ ਕਰਾਂਗੇ KQ by 2R माइनस क्यों करना है क्योंकि कैविटी हटाती है अपन, ताकि ना आएगा KQ की जगह आएगा रो into 4/3 pi R/2 the cube divided by 2R, R ऊपर 2 आ जाएगा है ना। एन सॉल्व कर लो, देखो ये K बार काट लो, ठीक है, नीचे 2R भी आ जाएगा, बाहर आ जाएगा, तो इधर की बचेगा देखो 3Q है ना, माइनस K बाहर आ गया है, ਤੇ ਇੱਥੇ ਜਿਹੜਾ Q ਨੂੰ ਲਿਖਾਂਗੇ ਇਨ ਟਰਮਸ ਆਫ ਡੈਂਸਿਟੀ ਆਪਾਂ ਲਿਖ ਲੈਣੇ ਆ ਬਾਅਦ ਵਿੱਚ, ਰੋ into 4/3 pi R/8, ठीक है, 2 भी आएगा ना, मल्टीप्लाई होगा ऊपर आ जाएगा।
ਹੁਣ ਇਹਨੂੰ ਸੋਲਵ ਕਰ ਲਿਓ q ਦੀ ਵੈਲਿਊ ਇੱਥੇ ਪੁੱਟ ਕਰਕੇ ਸੋਲਵ ਕਰਕੇ ਫਿਰ k ਦੀ ਵੈਲਿਊ ਪੁੱਟ ਕਰਕੇ ਇਹ ਚੋਂ ਆਨਸਰ ਦੇਖ ਲਓ ਕਿਹੜਾ ਆਏਗਾ ਸਮਝ ਆ ਰਿਹਾ ਕਿ ਨਹੀਂ ਦੱਸੋ Yes, sir. Sir. ਠੀਕ ਆ ਕਿ ਆਪਾਂ ਨੂੰ q ਦੇ ਫਾਰਮ ਚ ਆਨਸਰ ਕੀ ਬਣਦਾ ਹੈ ਆਪਾਂ ਨੂੰ ਵਾਪਸ ਲੈ ਕੇ ਡੈਂਸਿਟੀ ਚ ਲੈ ਕੇ ਆਉਣਾ ਸੀ ਅਨੁਰਾਗ ਪਤਾ ਲੱਗਿਆ ਹਾਂਜੀ ਸਰ ਹਾਂਜੀ ਠੀਕ ਹੈ ਸੀਗਾ ਕੁਝ ਨਹੀਂ ਕੈਲਕੂਲੇਸ਼ਨ ਸੀਗੀਆਂ ਬਸ ਉਹਦੇ ਕਰਕੇ ਥੋੜਾ ਕਈ ਵਾਰ ਕਨਫਿਊਜ਼ਨ ਹੋ ਗਈ ਹੋਣੀ ਤੁਹਾਨੂੰ ਦੱਸੋ ਜਲਦੀ बोलो भाई 15 Yes, sir. 19 एक सेकंड होल्ड करो भाई हाँ जी हुण दसो भी इस पेज विचों पहला क्वेश्चन सर 15 15th और भाई बाकी हो गए 19 19th 19th कोई नहीं जी और 18 18th Yes. हाँ जी और चलो फिर आ कर दे पहले 15th कर दे फिफ्टींथ क्वेश्चन की है देखो 3 concentric spherical shells have radii a b and c ਤੇ a ਛੋਟਾ ਹੈ b ਤੋਂ b ਛੋਟਾ ਹੈ c ਤੋਂ ਸੋ ਕਹਿਣ ਦਾ ਮਤਲਬ ਇਹ ਹੈ ਕਿ 3 concentric shells ਨੇ ਆਪਣੇ ਕੋਲ ਇੱਕ ਆਇਆ ਮੰਨ ਲਓ ਤਿੰਨ ਬਣਾ ਲਿਓ ਬਸ ਹੋਰ ਵੀ ਛੋਟੇ ਕਰਕੇ ਆ दूसरा आया आ तीसरा करते हैव रेडियस ए बी सी यानी ਇਹਦਾ रेडियस मान लो a है ਇਹਦਾ रेडियस मान लो b है ਇਹਦਾ c है आप शो नहीं कर रहे फिलहाल ਤੇ हैव सरफेस चार्ज डेंसिटीज सिग्मा पहले सरफेस चार्ज डेंसिटी है कि सिग्मा दूजे ते हैगी है माइनस सिग्मा ਤੇ ਤੀਜੇ ਤੇ ਹੈਗੀ ਹੈ ਸਿਗਮਾ ਰਿਸਪੈਕਟਿਵਲੀ ਇੱਥੇ ਨਾ ਤੁਸੀਂ ਇਨਰ ਜਾਂ ਆਊਟਰ ਵਾਲੀ ਟੈਂਸ਼ਨ ਨਾ ਲਿਓ ਓਵਰਆਲ ਸਮਝ ਲਓ ਕਿ ਉਹ ਇੱਕ ਸਰਫੇਸ ਨੂੰ ਮੰਨ ਕੇ ਚੱਲ ਰਹੇ ਆਪਾਂ ਉਹਦੇ ਕੋਈ ਵਿਡਥ ਵਗੈਰਾ ਨਹੀਂ ਗਿਵਨ ਆਪਾਂ ਨੂੰ if VA VB VC denote the potentials of the three shells then for C is equal to A plus B अच्छा C A plus B ਦੇ ਬਰਾਬਰ ਵੀ ਆ ਵੀ ਯਾਦ ਰੱਖਣਾ ਵੀ ਆ ਚੀਜ਼ ਗਿਵਨ ਹੈ ਆਪਾਂ ਨੂੰ ਕਿਉਂਕਿ ਇਹ ਯੂਜ਼ ਕਰਨੀ ਪੈ ਸਕਦੀ ਹੈ ਆ ਯੂਜ਼ ਕਰ ਸਕਦੇ ਹਾਂ ਅਸੀਂ ਆਪਣਾ ਆਨਸਰ ਦੇਣ ਤੋਂ ਪਹਿਲਾਂ ਤੇ ਪੋਟੈਂਸ਼ੀਅਲ ਐਟ A B C ਆਪਾਂ ਲਿਖ ਸਕਦੇ ਹਾਂ ਪਹਿਲਾਂ ਤੁਸੀਂ ਇਹ ਦੇਖ ਲਓ ਕਿ ਪੋਟੈਂਸ਼ੀਅਲ ਐਟ A ਕਿੰਨਾ ਹੋਏਗਾ ਦੱਸੋ ਪੋਟੈਂਸ਼ੀਅਲ ਐਟ A ਲਿਖ ਸਕਦੇ ਹੋ K जिन्ना चार्ज है ये है ना Yes, sir. तो चार्ज कितना आएगा सिग्मा इंटू 4 पाई ए स्क्वायर हो गया ना अपॉन कितना आया ए पर हले खत्म नहीं होया क्वेश्चन हले चल रहा आपा समझ लो पोटेंशियल एट ए दस रहे तो समझ लो इस पॉइंट पे पोटेंशियल दस रहे क्लियर है ना ये गल Yes, sir. ए पॉइंट ते दस रहे हैं तो हुण बी दे करके भी पता करोगे इत्थे तो बी करके पोटेंशियल किधर आएगा के इंटू जिन्ना चार्ज बी ते है बी ते कितना चार्ज है नेगेटिव है सिग्मा इंटू 4 पाई बी स्क्वायर है डिवाइडेड बाय कितना रेडियस आएगा सर B हाँ बी Two आएगा way अंदर sir. पॉइंट ते पोटेंशियल उतना ही रहता है जितना ओदे सरफेस ते हुंदा है फिर प्लस के फिर पॉजिटिव आ गया सिग्मा इंटू 4 पाई सी स्क्वायर आ गया डिवाइड बाय सी ही आएगा ठीक है गल तो आ कितना आ गया सोचो ये आ गया k इंटू सिग्मा भी कॉमन कर लो तब 4 पाई भी कॉमन आ जाएगा Yes, sir. तो ये आ जाएगा a माइनस बी प्लस सी ठीक है गल yes तो देख लियो बाद कर लेंगे पर फिलहाल इन्हों ही छड़ देने आ गया a क्योंकि आप कंपेयर करना सानू की पता कि ज्यादा है कि घट है पोटेंशियल एट b मतलब आ b पॉइंट से चेक करो हुन b पॉइंट से चेक करोगे तो अंदर वाले चार्ज दे करके जेड़ा होएगा इत्थे वही आएगा ना k इंटू सिग्मा इंटू 4 पाई ए स्क्वायर ते डिवाइडेड बाय क्या आएगा B b b b इत्थे b आएगा ना समझ लग रही गल Yes, हाँ जी सर फिर दूजे करके आएगा तो k इंटू माइनस सिग्मा इंटू 4 पाई b स्क्वायर बटा हुन इत्थे b आएगा yes, फिर मतलब b आएगा ते अगले करके क्या आएगा c स्क्वायर बाय B ਕੀ ਆਏਗਾ ਠੀਕ ਹੈ ਗੱਲ ਇਹਦਾ ਫਿਰ ਆਨਸਰ ਦੇਖੋ ਤੁਸੀਂ ਕਾਮਨ ਕੱਢ ਲਓ ਸਾਰਾ ਕੁਝ ਉਵੇਂ ਆਪਾਂ ਕੰਪੇਅਰ ਕਰ ਲਾਂਗੇ ਨਾ k ਸਿਗਮਾ 4 ਪਾਈ ਵੀ ਕਾਮਨ ਕੱਢ ਲਓ ਤੇ
ਤੇ ਇਧਰ ਚ ਦੇਖ ਲਓ ਕੀ ਬਣਿਆ, ਬਸ ਕੀ ਬਚਿਆ a ਸਕੁਅਰ ਬਟਾ b ਮਾਈਨਸ b ਪਲੱਸ c। ਆ ਬਣ ਗਿਆ ਨਾ, ਦੇਖੋ Yes, sir. तो आ बन गया अपना A ਤੇ B ਦੇ ਉੱਪਰ ਪੋਟੈਂਸ਼ੀਅਲ, C ਦੇ ਉੱਪਰ ਪੋਟੈਂਸ਼ੀਅਲ ਦੇਖ ਲੈਂਦੇ ਆ, ਬਾਅਦ ਚ ਦੇਖਦੇ ਆ ਇਹਨੂੰ ਯੂਜ਼ ਕਰਕੇ ਵੀ ਕੀ ਹੋਏਗਾ ਕੰਪੇਅਰ। C ਕਰਕੇ ਕਿੰਨਾ, C ਦੇ ਉੱਪਰ ਕਿੰਨਾ ਆਏਗਾ, ਸਾਰੇ ਲਈ ਦੇਖੋ डिस्टेंस नीचे वाला C ही आएगा, ਤੇ मैं कहना K इंटू सिग्मा इंटू 4 पाई, तो इधर A ही आ जाएगा, नहीं A नहीं आएगा, A स्क्वायर बाय C आएगा, इधर माइनस B स्क्वायर बाय C आएगा, तो इधर C आएगा शायद, यस हाँ Yes, sir. Yes, sir. ठीक है, इदा आएगा। ਹੁਣ ਮਤਲਬ ਹੁਣ ਤੁਸੀਂ ਇਹਨਾਂ ਨੂੰ ਕੰਪੇਅਰ ਕਰਨਾ ਹੈ ਤੇ ਇਹਦੀ ਵੈਲਿਊਜ਼ ਕਿਸ ਤੇ ਡਿਪੈਂਡ ਕਰ ਰਹੀਆਂ, ਇਹਨਾਂ ਵੈਲਿਊਜ਼ ਤੇ ਡਿਪੈਂਡ ਕਰ ਰਹੀਆਂ ਨੇ ਬਸ। ਸੋ ਦੇਖੋ ਤੁਸੀਂ ਇਹਨਾਂ ਚੋਂ ਕਿਹੜੀ ਸਭ ਤੋਂ ਜ਼ਿਆਦਾ ਆਏਗੀ ਜਾਂ ਘੱਟ ਹੋਏਗੀ ਜਾਂ ਬਰਾਬਰ ਹੋਏਗੀ। ਇਹਨਾਂ ਵਿੱਚੋਂ A C ਦੀ ਵੈਲਿਊ A plus B ਦੇ ਬਰਾਬਰ ਹੈ। ਸੋ ਆਪਣੇ ਕੋਲ ਜੇ ਕੰਪੇਅਰ ਕਰਨਾ ਹੋਵੇ ਤਾਂ ਆਪਣੇ ਕੋਲ ਇੱਕ ਤਾਂ ਹੈਗਾ ਨੰਬਰ ਦੇਖੋ A minus B plus C ਹੈਗਾ, ਇੱਕ ਨੰਬਰ ਆਪਣੇ ਕੋਲ ਹੈਗਾ ਆ A square by B minus B plus C, ਇੱਕ ਨੰਬਰ ਆਪਣੇ ਕੋਲ ਹੈਗਾ A square by C minus B square by C plus C। ਹੁਣ ਇਹਨਾਂ ਨੂੰ ਆਪਾਂ ਦੇਖ ਲੈਂਦੇ ਆ ਕੰਪੇਅਰ ਕਰਕੇ, ਜਿਵੇਂ ਇੱਥੇ ਮੈਨੂੰ ਦਿਖ ਰਿਹਾ, ਇਹਨੂੰ ਮੈਂ ਕਰਾਂਗਾ ਤਾਂ A minus B into A plus B ਬਣ ਜਾਏਗਾ ਇਹ, ਹਨਾ? यस Yes, sir. ਤੇ A plus B C ਦੇ ਬਰਾਬਰ ਹੈ ਤਾਂ ਇਹਦੇ ਨਾਲ ਕੱਟਿਆ ਜਾਏਗਾ ਨਾ, Yes, sir. Yes, sir. ਤਾਂ ਬੇਸਿਕਲੀ ਆਹ ਵਾਲਾ ਤੇ ਆਹ ਵਾਲਾ ਨੰਬਰ ਤਾਂ ਬਰਾਬਰ ਆ ਗਿਆ ਨਾ। Yes, sir. Yes, sir. ਪਹਿਲਾ ਤੇ ਤੀਜਾ ਬਰਾਬਰ ਵਾਲਾ ਹੈ ਕੋਈ, ਪਹਿਲਾ V at A and V at C ਬਰਾਬਰ ਹੋਣ। ਅੱਛਾ ਆ D ਬਰਾਬਰ option. ਆ ਵੀ ਹੈਗਾ, ਤਾਂ ਹੁਣ ਇਹ B ਹਲੇ ਦੇਖਣਾ ਪੈਣਾ ਵੀ B ਬਰਾਬਰ ਆਏਗਾ ਕਿ ਨਹੀਂ, ਹੈਨਾ? ਇਹ ਕਿਵੇਂ ਆਏਗਾ, ਇਹ ਚੋਂ ਦੇਖੋ B ਕੀ ਕਰੋ 1/B ਕਾਮਨ ਕੱਢ ਲਓ, ਇਹ ਚੋਂ 1/B ਕਾਮਨ ਕੱਢ ਲਓ, ਆ ਬਣ ਜਾਏਗਾ A ਸਕੁਅਰ ਮਾਈਨਸ B ਸਕੁਅਰ ਕਿ ਨਹੀਂ, ਬਣ ਜਾਏਗਾ ਨਾ? Yes. A ਚੋਂ ਕਰੋਗੇ ਤਾਂ A minus B A plus B ਕਰੋਗੇ, नहीं ਹੁਣ ਇੱਥੇ ਲੱਗ ਰਿਹਾ ਇਹ ਬਰਾਬਰ ਨਹੀਂ ਆਇਆ। ਮੈਂ ਕਹਿੰਦਾ ਆਨਸਰ ਆ ਹੈ, ਦੇਖੋ ਤੁਹਾਡਾ D, ਪਹਿਲਾਂ ਦੇਖਿਓ ਇੱਕ ਮਿੰਟ ਚੈੱਕ ਕਰੋ। Yes, sir. Yes, sir. Yes, sir. ਬਸ ਫਿਰ ਠੀਕ ਆ ਬਰਾਬਰ ਨਹੀਂ ਆ ਰਿਹਾ ਨਾ, ਆ ਦੋਨੋਂ ਬੇਸਿਕਲੀ ਤਾਂ ਆਇਆ ਸੀਗਾ ਵੀ ਆ ਬਰਾਬਰ ਆ ਗਏ ਆਪਣੇ, ਤੇ ਇਹ ਬਰਾਬਰ ਨਹੀਂ ਆ ਰਿਹਾ, ਅੰਡਰਸਟੂਡ। ਜੇ ਬਰਾਬਰ ਨਹੀਂ ਹੈਗਾ ਆਪਾਂ ਕੈਲਕੂਲੇਟ ਥੋੜੀ ਕਰਨਾ ਹੈ, ਨਹੀਂ ਤਾਂ ਜਿਸ ਫਾਰਮ ਚ ਹੁੰਦਾ ਉਸ ਫਾਰਮ ਚ ਕੱਢਦੇ ਆ। ਕਲੀਅਰ ਹੈ ਗੱਲ? ਤੁਸੀਂ ਸਾਰਿਆਂ ਨੇ ਨਾ ਇਹਨੂੰ ਲਿਖ ਲੈਣਾ ਹੈ ਆਪਣੀ ਕਾਪੀਆਂ ਤੇ, ਇਸ ਤਰ੍ਹਾਂ ਨਹੀਂ ਕਿ ਮੈਂ ਡਿਸਕਸ ਕਰਤਾ ਤੇ ਤੁਸੀਂ ਛੱਡਤਾ। ਤੁਸੀਂ ਇਹ ਸਾਰਾ ਟੈਸਟ ਸੋਲਵ ਕਰਕੇ ਆਪਣੀ ਕਾਪੀਆਂ ਤੇ ਲਿਖ ਕੇ ਰੱਖ ਲਿਓ ਵੀ ਹਾਂ ਵੀ ਆ ਟੈਸਟ ਹੋਇਆ ਸੀ, ਆ ਅਸੀਂ ਕੀਤਾ ਸੀ, ਠੀਕ ਹੈ? यस सर। ਹੋਰ ਕਿਹੜਾ ਸੀ 18ਵਾਂ? 18ਵਾਂ ਤਾਂ ਬੜਾ ਸੌਖਾ ਸੀ, ਦੇਖੋ ਇਹ ਕਹਿੰਦਾ ਇਕੁਏਸ਼ਨ ਆਫ ਅ ਇਕੁਇਪੋਟੈਂਸ਼ੀਅਲ ਲਾਈਨ, एक लाइन है, देखो लाइन मतलब उस लाइन के सारे पॉइंट से पोटेंशियल सेम होएगा ना। इज दिस y इक्वल टू 2x, थोड़ी जी ज्योमेट्री ना थोड़ी जी नॉर्मल नालों ज्यादा स्ट्रॉन्ग होनी चाहिए है, ये सब सवाल तो मूंह जबानी हो जाते फिर। चलो y इक्वल टू 2x लाइन हैगी है, हुण तुहानूं पता y इक्वल टू 2x, तुहानूं पता स्लोप फॉर्म च देखा जाएगा, स्लोप 2 होएगी है ना, आ लाइन होएगी इस तरह, ठीक है ईमानी? Yes, sir. ਆ ਮੰਨ ਲਓ ਤੇਰੀ ਲਾਈਨ ਹੋਈ ਹੈ ਜਿਹਦੇ ਵਿੱਚ ਸਾਰੇ ਪੁਆਇੰਟਸ ਤੇ ਪੋਟੈਂਸ਼ੀਅਲ ਸੇਮ ਹੈ, ਇਕੁਇਪੋਟੈਂਸ਼ੀਅਲ ਲਾਈਨ ਹੈ। ਇਲੈਕਟ੍ਰਿਕ ਫੀਲਡ ਵੈਕਟਰ ਐਟ 1 2, ਸੋ 1 2 1 2 1 2 ਐ ਜੋ ਵੀ ਹੋਏਗਾ, ਪਰ 1 2 ਅੱਛਾ 1 2 ਪੁਆਇੰਟ ਦੇਖ ਕਿਹਦੇ ਉੱਪਰ ਹੈ, ਇਹਦੇ ਉੱਪਰ ਹੈਗਾ ਨਾ, x ਦੇ ਫਿਰ 1 ਪੁੱਟ ਕਰ 2 ਆ ਜਾਏਗਾ ਭਾਈ, ਹੈ ਨਾ? Yes. ਵਟਐਵਰ ਇਹਦੇ ਉੱਪਰ ਹੀ ਲਾਈਨ ਦੇ ਉੱਪਰ ਪੁਆਇੰਟ ਹੈਗਾ 1 2, ਇਹਦੇ ਉੱਪਰ ਆਪਾਂ ਇਲੈਕਟ੍ਰਿਕ ਫੀਲਡ ਵੈਕਟਰ ਫਾਈਂਡ ਕਰਨਾ ਹੈ, ਦੇਖਣਾ ਹੈ ਵੀ। ਹੁਣ ਤੁਸੀਂ ਆਪ ਸੋਚ ਕੇ ਦੇਖੋ, ਜਦੋਂ ਕਿਸੇ ਵੀ ਇਕੁਇਪੋਟੈਂਸ਼ੀਅਲ ਸਰਫੇਸ ਦੀ ਗੱਲ ਕਰਦੇ ਆ ਤਾਂ ਇਲੈਕਟ੍ਰਿਕ ਫੀਲਡ ਉਸ ਤੋਂ ਕੀ ਹੁੰਦਾ ਹੈ ਹਮੇਸ਼ਾ, Perpendicular. ਹੁੰਦਾ ਨਾ? ਤਾਂ ਫਿਰ ਇੱਥੇ ਜਿਹੜਾ ਆ ਜੇ ਇਕੁਇਪੋਟੈਂਸ਼ੀਅਲ ਲਾਈਨ ਵੀ ਹੈ ਚਾਹੇ ਸਰਫੇਸ ਨਾ ਵੀ ਸੀ, ਤਾਂ ਇਲੈਕਟ੍ਰਿਕ ਫੀਲਡ ਇਹਦਾ ਕੀ ਹੋਣਾ ਚਾਹੀਦਾ ਹੈ? Perpendicular. ਪਰਪੈਂਡੀਕੂਲਰ ਹੋਣਾ ਚਾਹੀਦਾ ਹੈ। ਤੁਸੀਂ ਬਸ ਆਹ ਚੈੱਕ ਕਰ ਲਓ ਪਰਪੈਂਡੀਕੁਲੈਰਿਟੀ ਕੀ ਹੈ, ਤੇ ਆ ਜਿਹੜਾ 1 2 ਪੁਆਇੰਟ ਇਹਨਾਂ ਦਿੱਤਾ, 1 2 ਪੁਆਇੰਟ ਦੇ ਹਿਸਾਬ ਨਾਲ ਆਹ ਵਾਲਾ ਵੀ ਤੁਹਾਡੇ ਕੋਲ ਹੈਗਾ ਹੀ ਹੈ ਵੈਕਟਰ, ਆਹ ਵਾਲਾ ਵੈਕਟਰ ਲਿਖ ਸਕਦੇ ਹੋ ਨਾ ਤੁਸੀਂ ਕਿ ਨਹੀਂ? ਆ ਵੈਕਟਰ ਕਿੰਨਾ ਆਏਗਾ i ਕੈਪ ਪਲੱਸ, ਆ ਦੇਖ ਲਓ ਵੀ ਇਹਨਾਂ ਚੋਂ ਪਹਿਲਾਂ ਤਾਂ ਡਾਟ ਪ੍ਰੋਡਕਟ ਕਿਹਦੇ ਨਾਲ 0 ਹੈ, ਦੇਖੋ ਪਰਪੈਂਡੀਕੂਲਰ ਵੈਕਟਰ ਉਹੀ ਹੋਏਗਾ ਨਾ। ਕਿਹੜਾ ਆ ਗਿਆ ਦੇਖੋ ਇਹਨਾਂ ਚੋਂ, ਮੇਰੇ ਖਿਆਲ ਨਾਲ ਆ ਵਾਲਾ ਰਹਿ ਗਿਆ, ਨਹੀਂ ਆ ਨਹੀਂ, D. ਆ D ਹੋ ਗਿਆ ਨਾ। Yes, sir.
ਇਹਦਾ ਡਾਟ ਪ੍ਰੋਡਕਟ ਇਹਦੇ ਨਾਲ 0 ਹੋ ਰਿਹਾ ਦੇਖੋ Yes. ਤੇ ਆਪਾਂ ਇੱਥੇ ਯੂਜ਼ ਕੀ ਕੀਤਾ ਵੀ ਕੋਈ ਵੀ ਇਕੁਈਪੋਟੈਂਸ਼ੀਅਲ ਸਰਫੇਸ ਹੋਵੇ ਤਾਂ ਉਸ ਤੋਂ ਪਰਪੈਂਡੀਕੂਲਰ ਹੁੰਦੀ ਹੈ ਹਮੇਸ਼ਾ ਇਲੈਕਟ੍ਰਿਕ ਫੀਲਡ ਲਾਈਨ ਜੇ ਇਕੁਈਪੋਟੈਂਸ਼ੀਅਲ ਲਾਈਨ ਵੀ ਦੇਤੀ ਹੈ ਨਹੀਂ ਤੁਹਾਨੂੰ ਤਾਂ ਉਹਦੇ ਵੀ ਹਮੇਸ਼ਾ ਪਰਪੈਂਡੀਕੂਲਰ ਹੀ ਹੋਏਗੀ ਇਲੈਕਟ੍ਰਿਕ ਫੀਲਡ ਲਾਈਨ ਠੀਕ ਹੈ ਸੋ ਇੱਥੋਂ ਬਸ ਆਹੀ ਯੂਜ਼ ਕੀਤਾ ਆਪਾਂ ਕੋਈ ਬਹੁਤਾ ਸਟਰੋਂਗ ਨਹੀਂ ਸੀ ਕਨਸੈਪਟ ਯੂਜ਼ ਹੋਇਆ ਕਿਹੜਾ 19ਵਾਂ देखो भी 19वां क्वेश्चन the dipole moment of a system of charge plus q dipole moment of a system of charge plus q distributed uniformly on an arc radius r subtending an angle pi by 2 at its center where another charge minus q is placed is what ठीक है ਇਹਦਾ ਵੀ ਕੈਲਕੂਲਸ ਨਾਲ ਨਿਕਲੇਗਾ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਸਿਚੁਏਸ਼ਨ ਬਣਾ ਦਿੰਦਾ ਥੋੜੀ ਜੀ ਕਿ ਹੋਏਗਾ ਕੀ ਜਿਵੇਂ ਕਿ ਮੰਨ ਲਓ ਆ ਇਸ ਤਰ੍ਹਾਂ ਆਪਾਂ ਆਰਕ ਡਰਾ ਕਰ ਲੈਣੇ ਆ ਇੱਕ ਇਸ ਤਰ੍ਹਾਂ ਆ ਆਰਕ ਹੈ ਤੇ ਆਰਕ ਦਾ ਰੇਡੀਅਸ ਹੈਗਾ ਮੰਨ ਲਓ r ਤਾਂ ਇਹ r ਹੈ ਤੇ ਇਹ ਵੀ r ਹੀ ਹੈ ਠੀਕ ਹੈ ਤੇ ਇਹਦੇ ਉੱਪਰ ਕੀ ਹੈ ਪੋਜ਼ਿਟਿਵ ਚਾਰਜ ਡਿਸਟ੍ਰੀਬਿਊਟਡ ਯੂਨੀਫਾਰਮਲੀ ਔਨ ਐਨ ਆਰਕ ਸੋ ਇਹਦੇ ਉੱਪਰ ਪੋਜ਼ਿਟਿਵ ਚਾਰਜ ਯੂਨੀਫਾਰਮਲੀ ਡਿਸਟ੍ਰੀਬਿਊਟ ਕੀਤਾ ਹੋਇਆ ਆਪਾਂ ਇਸ ਤਰ੍ਹਾਂ ਤੇ ਇਹਦੇ ਉੱਪਰ ਪੋਜ਼ਿਟਿਵ ਚਾਰਜ ਕਿੰਨਾ ਡਿਸਟ੍ਰੀਬਿਊਟ ਕੀਤਾ q ਹੀ ਡਿਸਟ੍ਰੀਬਿਊਟ ਕੀਤਾ ਆ ਤੇ ਬਿਲਕੁਲ ਉਨਾ ਹੀ -q ਚਾਰਜ ਜਿਹੜਾ ਹੈ ਕਿੱਥੇ ਪਿਆ ਇੱਥੇ ਪਿਆ ਇੱਥੇ ਇਕੱਠਾ ਹੀ ਪਿਆ ਇੱਕੋ ਹੀ ਜਗ੍ਹਾ ਤੇ ਉੱਥੇ ਉਹ ਡਿਸਟ੍ਰੀਬਿਊਟ ਹੋਇਆ ਪਿਆ ਵਾ ਇਹਦਾ ਡਾਈਪੋਲ ਮੋਮੈਂਟ ਪਤਾ ਕਰਨਾ ਤੁਸੀਂ ਸੋਚ ਕੇ ਦੇਖੋ ਕਿੰਨਾ ਇੰਟਰਸਟਿੰਗ ਕੁਐਸਚਨ ਹੈ ਇਹ ਵੀ ਡਾਈਪੋਲ ਬਣੀ ਨਾ ਕਿਉਂਕਿ +q ਤੇ -q ਪਰ ਉਹ ਡਿਸਟ੍ਰੀਬਿਊਟਡ ਹੈ ਸੋ ਆਪਾਂ ਨੂੰ ਕੀ ਕਰਨਾ ਪਏਗਾ सोचो समझ लग रही है स्मॉल पार्ट dq ले लेंगे ऊपर छोटी जी क्वांटिटी है ए ले लो छोटा या किसी भी पर्टिकुलर एंगल थीटा दे ले लो d थीटा लेंथ वाला ना ठीक है इथों तुसी आ ले लो थीटा ते निक्का जिहा इथों d थीटा पोर्शन ले लो एदा d थीटा ते आ जेड़ा एदी लेंथ होएगी कितनी होएगी r d थीटा होएगी ना Yes, sir. Yes, sir. ਤੇ ਇਹਦੀ ਜਿਹੜੀ ਇਸਨੇ ਪੋਰਸ਼ਨ ਤੇ ਜਿਹੜਾ ਚਾਰਜ ਹੋਏਗਾ ਇੱਥੇ ਪੂਰਾ -q ਨਹੀਂ ਲੈਣਾ ਡਾਈਪੋਲ ਬਣਾਉਣ ਲਈ ਉਹ ਵੀ ਉਨਾ ਹੀ ਲੈ ਜਾਓਗੇ ਨਾ ਜਿੰਨਾ -q ਦਾ ਪੋਰਸ਼ਨ -q ਨੂੰ ਤੁਸੀਂ ਛੋਟੇ ਛੋਟੇ dq ਇਹਨੂੰ ਵੀ ਤੋੜ ਕੇ ਸੋਚ ਸਕਦੇ ਹੋ ਤੁਸੀਂ ਇਹਦੇ ਹਿਸਾਬ ਨਾਲ ਚਲੋ ਜਿੰਨਾ ਚਾਰਜ ਇੱਥੇ ਉਨਾ ਹੀ ਇੱਥੇ ਲੈਣਾ ਸਾਰੇ ਨੂੰ ਵੰਡੋਗੇ ਬਰਾਬਰ ਤਾਂ ਵੰਡਿਆ ਜਾਊਗਾ ਕਿਉਂਕਿ ਆ ਵੀ ਉਨਾ ਹੀ ਆ ਵੀ ਉਨਾ ਹੀ ਹੈ r d ਥੀਟਾ ਦੇ ਉੱਪਰ ਚਾਰਜ ਕਿੰਨਾ ਹੋਏਗਾ dq ਮੈਨੂੰ ਇੱਥੇ ਦੱਸੋ q ਬਾਈ ਕੀ ਆਏਗਾ pi r by 4 pi r by 2 PR by 2. देखो ना 2 pi r ਹੁੰਦਾ ਨਾ ਪੂਰਾ ਗੇੜਾ ਕੱਢਦਾ ਤਾਂ 2 pi r ਹੋਣਾ ਸੀ ਨਾ ਤੇ Yes, 2 sir. pi r ਦਾ ਚੌਥਾ ਹਿੱਸਾ ਵਾ ਇਹ ਤੇ pi r by 2 ਆ ਉਹਦੇ ਵਿੱਚ q ਡਿਸਟ੍ਰੀਬਿਊਟਡ ਆ ਤਾਂ ਜਿਹੜੀ ਲਾਈਨ ਲੀਨੀਅਰ ਚਾਰਜ ਡੈਂਸਿਟੀ ਲੈਂਬਡਾ ਹੈਗੀ ਆ ਉਹ ਹੈਗੀ q by pi r by 2 ਤੇ q by pi r by 2 into जिनी यदि लेंथ है r d थीटा समझ लगी गल Yes, sir. तो ਤੁਹਾਡੀ Yes, sir. small charge d ਜਿਹੜਾ ਹੈਗਾ ਇੱਥੇ ਉਹ ਹੈਗਾ ਵਾ 2q by pi d थीटा ਆਹੀ ਆਪਣਾ small charge ਹੁਣ ਜੇ ਡਾਈਪੋਲ ਮੋਮੈਂਟ ਦੀ ਗੱਲ ਕਰਾਂ ਮੈਨੂੰ ਇਹ ਦੱਸੋ ਸਾਰੇ ਜਣੇ ਸੋਚ ਕੇ ਵੀ ਡਾਈਪੋਲ ਮੋਮੈਂਟ ਇਹਦੀ ਕਿੱਧਰ ਨੂੰ ਹੋਏਗੀ 네ਗੇਟਿਵ ਤੋਂ ਇਧਰ ਪੋਜ਼ਿਟਿਵ ਇਧਰ ਨੂੰ ਹੋਏਗੀ ਨਾ ਇਸ ਜਗ੍ਹਾ ਤੇ Yes, sir. yes ਉਹਨੂੰ ਪੁਆਇੰਟ ਸਾਈਜ਼ ਦਾ ਸੋਚ ਕੇ ਦੇਖੋ ਤਾਂ ਡਾਈਪੋਲ ਮੋਮੈਂਟ ਦੇ ਬੇਸਿਕਲੀ ਦੋ ਕੰਪੋਨੈਂਟ ਹੋਣਗੇ ਹੈਨਾ ਤੇ ਇਸ ਤਰ੍ਹਾਂ ਦੀ ਕੇਸ ਇੰਟੀਗ੍ਰੇਸ਼ਨ ਤੋਂ ਕਰਦੇ ਆ ਤਾਂ ਅਲੱਗ-ਅਲੱਗ ਕੰਪੋਨੈਂਟਸ ਦੀ ਇੰਟੀਗ੍ਰੇਸ਼ਨ ਅਲੱਗ-ਅਲੱਗ ਕਰਦੇ ਆ ਨਾ ਕਿਉਂਕਿ ਜਦੋਂ ਤੁਸੀਂ ਇੱਥੇ ਲਓਗੇ ਤਾਂ ਡਾਈਪੋਲ ਮੋਮੈਂਟ ਇਧਰੋਂ ਇੱਧਰ ਆਏਗੀ ਉਹਦਾ ਵੀ ਕੰਪੋਨੈਂਟ ਇਧਰਲਾ ਵੱਖਰਾ ਆਏਗਾ ਇਧਰਲਾ ਵੱਖਰਾ ਆਏਗਾ ਨਾ Yes, sir. ਸਭ ਦਾ Yes, sir. ਕੰਪੋਨੈਂਟ ਵੱਖਰਾ ਜੋੜਨਾ ਪੈਣਾ y ਕੰਪੋਨੈਂਟ ਵੱਖਰਾ ਜੋੜਨਾ ਪੈਣਾ ਆ ਜਿਹੜੀ ਪਹਿਲਾਂ ਦਾ t ਕਿੰਨੀ ਆਈ ਆ ਲਿਖ ਦੀ ਆਪਾਂ ਸੋ ਸਮਾਲ ਡਾਈਪੋਲ ਮੋਮੈਂਟ dp ਕਿਹਦੇ ਬਰਾਬਰ ਆਈ ਆ ਆਈਦਰ ਚਾਰਜ ਇਨਟੂ ਦ ਡਿਸਟੈਂਸ ਬਿਟਵੀਨ them ਕਿੰਨਾ आ रही है ना Yes. ठीक है तो r अपनी आएगी टोटल dp आ आया पूरी ए dp ਦਾ ਪੂਰਾ ਮੈਗਨੀਟਿਊਡ ਆ ਰਿਹਾ so that is ਕਿੰਨਾ ਆਇਆ 2q divided by pi d theta and multiplied by r this is the dp ਸਮਝ ਲੱਗੀ ਗੱਲ ਸਭ ਨੂੰ Yes. तो अगर मैं Yes, sir. पूरा x कंपोनेंट पता करना होए तो मैंने इंटीग्रेट करना पड़ेगा किनु dp cos थीटा नु 0 तो लेके Pi by
पाई बाय 2 हाँ तो इतो Pi. r बाहर आ जाएगा, 2 बाहर आ जाएगा, q बाहर आ जाएगा, पाई बाहर आ जाएगा, इंटीग्रल आ जाएगा cos थीटा d थीटा 0 तो लेके पाई बाय 2 एंड cos थीटा दा इंटीग्रल की हुंदा कला साइन हुंदा साइन मैंने लगदा आही आया ना बस है ना करके देख लो y कंपोनेंट किवें आएगा dp sin थीटा Sin theta. sin थीटा दा इंटीग्रल करना पैना 0 तो लेके पाई बाय 2 तक तो फिर मैं इनू की करूंगा ए फिर 2r³ बाय पाई इथे sin थीटा दा इंटीग्रल होएगा 0 तो लेके पाई बाय 2 तक जो भी आएगा आप चेक कर ली बस sin दा cos करोगे cos पाई बाय 2 - 0 हुन 1 नहीं आया ना मेरे ख्याल आही आया ना 2r³ बाय पाई तो जब आ गया तो फिर डायपोल मोमेंट की नहीं आएगी अंडर रूट ऑफ आएगी तो दोनों बराबर ही है नेता यस सर तो कितना आएगा √2 टाइम्स आ जाएगा जो भी की वैल्यू है Yes, sir. देखो आंसर ए आंसर समझ लग गई सारे नु Yes, sir. देखो किन्नी आराम नाल ਆਪਾਂ ਕਿਵੇਂ ਦੇਖਦੇ ਆ ਸੋਚਦੇ ਆ ਬੰਦੇ ਨੂੰ ਸੋਚਦੇ ਐਂ ਹੀ ਪਤਾ ਲੱਗਣਾ ਚਾਹੀਦਾ ਕਿ ਅੱਛਾ ਉਧਰ ਡਿਸਟ੍ਰੀਬਿਊਟਡ ਆ ਇੱਧਰ ਕੱਲਾ ਹੀ ਪਿਆ ਸੋ ਮੈਂ ਉਹਨੂੰ ਛੋਟੇ ਛੋਟੇ ਪਾਰਟਸ ਤੋੜ ਕੇ ਇੱਕ ਜਗ੍ਹਾ ਤੇ ਉਹਦੀ ਡਾਇਪੋਲ ਮੋਮੈਂਟ ਪਤਾ ਕਰਾਂ ਫਿਰ ਪਰ ਡਾਇਪੋਲ ਮੋਮੈਂਟ ਕੀ ਆ ਉਹ ਵੈਕਟਰ ਕੁਆਂਟੀਟੀ ਹੈ ਸਕੇਲਰ ਕੁਆਂਟੀਟੀ ਹੁੰਦੀ ਤਾਂ ਸਿੱਧਾ ਇੱਕ ਇੰਟੀਗ੍ਰੇਸ਼ਨ ਚ ਹੋ ਜਾਣਾ ਸੀ ਫਿਰ ਮੈਂ ਡੀਪੀ ਦੇ ਫਿਰ ਦੋ ਕੰਪੋਨੈਂਟ ਬਣਾਏ ਪੋਜੀਸ਼ਨਿੰਗ ਕਰਨੀ ਤੁਹਾਨੂੰ ਇਹ ਹੌਲੀ ਹੌਲੀ ਇਸ ਤਰ੍ਹਾਂ ਦੇ ਕੁਐਸਚਨਸ ਕਰਕੇ ਪ੍ਰੈਕਟਿਸ ਨਾਲ ਆ ਜਾਏਗੀ ਇਹਦਾ ਕੋਈ ਵੀ ਕਿਉਂ ਨਹੀਂ ਹੈਗਾ ਕਿ ਪੇਜ ਤੇ ਲਿਖ ਕੇ ਦੇ ਦੇਵਾਂ ਤੁਹਾਨੂੰ ਹਮੇਸ਼ਾ ਸਾਰਾ ਕੁਝ ਆਂਦਾ ਰਹੇ ਜਿੰਨਾ ਵਧੀਆ ਸੋਚੋਗੇ ਕਿ ਬਾਰ-ਬਾਰ ਕੈਲਕੂਲਸ ਕਿਵੇਂ ਯੂਜ਼ ਹੁੰਦਾ ਹੈ ਉਹ ਨਹੀਂ ਯੂਜ਼ ਕਰਨਾ ਆ ਜਾਏਗਾ ਤੁਹਾਨੂੰ ਕਿਹੜਾ ਕੁਐਸਚਨ ਸੀ 19ਵਾਂ ਅਗਲਾ ਪੇਜ ਹਾਂਜੀ 24. 24 Yes, sir. और 28 sir 28th नहीं 28 नहीं 27 26 20th 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 दो पेजां च वंडिया गया ना चलो पहला 20 देख पहले इच निशानियां लगा दो केड़े-केड़े होर करने दसो 25. 25 चलो 20th पीछे क्वेश्चन पढ़ लेने अपन फिर इधर आने थ्री चार्जेस this are placed at vertices of right angle triangle दिख ही रहा है उतना आइसोसेल्स हैगा या ते net electrostatic energy of configuration is 0 if q is equal to अच्छा net electrostatic energy is 0 ਇਹਦੀ electrostatic energy 0 ਤਾਂ ਹੋਏਗੀ ਤੁਹਾਨੂੰ ਪਤਾ ਨਾ ਕਿ ਇਹਨਾਂ ਚੋਂ ਕਿਸੇ ਇੱਕ ਚਾਰਜ ਨੂੰ 네ਗੇਟਿਵ ਹੋਣਾ ਪੈਣਾ ਤਾਂ ਇਸ ਲਈ q ਦੇ ਨੂੰ ਇੱਕ ਤਾਂ ਆਨਸਰ 네ਗੇਟਿਵ ਹੀ ਆਏਗਾ ਪੱਕਾ ਕਿਉਂਕਿ net energy ਨੇ 0 ਹੋ ਹੀ ਨਹੀਂ ਸਕਦੀ ਆइसोसेल्स ਦੇ ट्रायंगल आ a है ਤਾਂ ਪੱਕੀ ਗੱਲ ਆ a ਹੋਏਗੀ ਆ ਨਹੀਂ ਹੋ ਸਕਦੀ ਨਾ ਇਹ ਆ ਨਹੀਂ ਹੋ ਸਕਦੀ Yes, sir. तो एनर्जी 0 करनी सी इनको करो एनर्जी नु एनर्जी की आएगी दी पहला तो देखो आ वाले q दी ए वाले q ना कर लो और आओगी k q q बाय a फिर आ वाले q दी आ वाले q ना कर दो वो आओगी k q q बाय Root 2. फिर आगे 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 आ q q दी आपस आओगी k q q बाय a A. पोटेंशियल एनर्जी नु 0 पुट कर देना अपन जब इन्होंने 0 पुट करता के खत्म हो गया बल्कि ए भी खत्म हो गया समझ लो बल्कि क्यू भी मुकाई छो एक तो बेसिकली इतने की बच गया ये बन गया q प्लस q बाय √2 प्लस q इज इक्वल टू 0 ए आ जाऊगा q कॉमन ए आ जाऊगा 1 प्लस 1 बाय √2 इज इक्वल टू माइनस q ए आ √2 प्लस 1 बाय √2 ए आ जाऊगा फिर √2 बाय √2 प्लस 1 टाइम्स q विद नेगेटिव साइन जे ਇਹਦਾ ਆਨਸਰ ਦਿੱਤਾ ਹੋਇਆ ਤਾਂ ਠੀਕ ਆ ਨਹੀਂ ਦਿੱਤਾ ਹੁੰਦਾ ਤਾਂ ਆਪਾਂ ਕੀ ਕਰਦੇ ਆਪਾਂ ਰੈਸ਼ਨਲਾਈਜ਼ ਕਰ ਲਾਂਗੇ ਇਹਦਾ ਆਨਸਰ ਨਹੀਂ ਦਿੱਤਾ ਆਇਆ ਕਰ ਲਓ ਰੈਸ਼ਨਲਾਈਜ਼ ਕਿਵੇਂ ਕਰੋਗੇ -√2 ਬਾਈ √2 + 1 ਇਹਨੂੰ ਮਲਟੀਪਲਾਈ ਕਰੋ √2 - 1 √2 - 1 ਹੈ ਨਾ Yes, sir. ਇਹ ਆ ਜਾਊਗਾ ਕਿੰਨਾ ਆ ਜਾਊਗਾ -2. -2 + √2 ਹੈ ਨਾ Yes, sir. yes q ਇਹ ਹੈਗਾ ਆਨਸਰ Sir, 2 plus root 2 नीचे नहीं बन जूगा 2 + √2 नीचे ਬਣੂਗਾ ਇਹ ਇੱਕ ਮਿੰਟ ਕੋਈ ਗਲਤੀ ਕਰ ਗਿਆ ਆਪਾਂ ਮੈਂ ਹੈ ਛੋਟੀ ਜੀ ਗੱਲ ਹੀ ਹੋਣੀ ਆਪਾਂ √2 ਨਾਲ ਹੀ ਮਲਟੀਪਲਾਈ ਕਰ ਦਾਂਗੇ ਉੱਤੇ ਤੇ ਇੱਥੇ ਤੱਕ ਠੀਕ ਹੈ ਕਿ ਨਹੀਂ ਇੱਥੇ ਤੱਕ ਚੈੱਕ ਕਰੋ ਠੀਕ ਹੈ ਨਾ ਹਾਂ ਉਸ q ਦਾ ਦੋਨਾਂ ਨਾਲ ਹੋਣਾ ਸੀ ਆ ਹੋ ਗਿਆ ਇਹ ਚ ਆਪਾਂ ਬਸ ਕੈਪੀਟਲ q ਕੱਢਣਾ ਆ ਇਨ ਟਰਮਸ ਆਫ ਸਮਾਲ q ਇਹ ਆ ਜਾਏਗਾ
ये आ जाएगा बेसिकली √2 + 1 बाय √2 टाइम्स Q इज इक्वल टू -Q। तो Q आ जाएगा अपना √2 डिवाइडेड बाय √2 + 1 टाइम्स Q। आंसर आना चाहिए ना अपना, ਇਹਨਾਂ ਚ ਕੋਈ ਵੀ ਨਹੀਂ ਹੈਗਾ ਇਕੁਇਵਲੈਂਟ ਇਹਦੇ। ਸਰ √2 ਨਾਲ ਉੱਤੇ ਦੇ ਥੱਲੇ ਮਲਟੀਪਲਾਈ ਕਰ ਦਾਂਗੇ। हाँ √2 ਨਾਲ ਮਲਟੀਪਲਾਈ ਕਰ, हाँ मैं कहना आ बन जाऊगा ना, √2 ਨਾਲ ਮਲਟੀਪਲਾਈ करो ऊपर नीचे देख लो इधर √2 ए आ जाएगा -2Q, √2 ਨਾਲ ਮਲਟੀਪਲਾਈ ਕਰਾਂਗੇ ਇਹ ਬਣ ਜਾਊਗਾ 2, ਇਹ ਬਣ ਜਾਊਗਾ √, अच्छा ठीक है वो मल्टीप्लाई करके ना आप बनाई हुई टर्म इन्होंने। आई आंसर है ना बी? यस ਯੈਸ सर। ਸਰ। ठीक है फिर ਆ ਤਾਂ ਚਲੋ ਅਰੇਂਜਮੈਂਟ ਹੀ ਕਰਨਾ ਸੀ ਬਸ, ਪੋਟੈਂਸ਼ੀਅਲ એનર્ਜੀ ਨੂੰ ਜ਼ੀਰੋ ਕਰਨਾ ਸੀ, ਕਰਤਾ ਆਪਾਂ ਬਸ। Q ਆਪਾਂ ਨੂੰ ਪਤਾ ਹੀ ਸੀ Q ਨੈਗੇਟਿਵ ਆਣਾ, ਆਪਾਂ ਪਰ Q ਨੂੰ ਨੈਗੇਟਿਵ ਨਹੀਂ ਲਿਆ ਆਪਾਂ, ਬਸ ਪੋਟੈਂਸ਼ੀਅਲ એનર્ਜੀ ਜ਼ੀਰੋ ਕੀਤੀ, ਆਪਣੇ ਆਪੇ Q ਆ ਗਿਆ ਇਨ ਟਰਮ ਆਫ ਨੈਗੇਟਿਵ। ਹੋਰ ਕਿਹੜਾ ਸੀ ਬਈ? 24ਵਾਂ 24 24वें ਚ ਕੀ ਹੈ? External work inna is needed to move a charge inna at a constant speed to a point at which potential is this much. What is the potential at initial point? तो सौखा ही ये तो लग नहीं रहा कुछ हैगा। एक इनिशियल पॉइंट है मान लो, फाइनल पॉइंट है, फाइनल पॉइंट टू अ पॉइंट एट विच पोटेंशियल, फाइनल पॉइंट पे पोटेंशियल कितना -20 वोल्ट है, इनिशियल पॉइंट पे पोटेंशियल आप पता करना है। तो बेसिकली हुंदा की पोटेंशियल डिफरेंस V फाइनल माइनस V इनिशियल ए बराबर हुंदा है एक्सटर्नल वर्क जिन्ना आप करना पिया टू टेक अ यूनिट पॉजिटिव चार्ज ना, पर इत्थे की नीडेड टू मूव इन्ना चार्ज, तो फिर इन्ने चार्ज नु डिवाइड करना पैना नाल अपन, ते बस हो गया, तो निकल जाएगा। V फाइनल कितना है -20, V इनिशियल कितना है पता करना है, ए कितना बन जाएगा -800/5 आ जाएगा, ये बन जाएगा 160, तो वी आई कितना आ जाएगा 140, ये लगभग आएगा आंसर कि नहीं? Yes, 140 आएगा। आंसर कितने है ਇਹਦਾ 140 ਕਿਹੜਾ ਕੁਐਸਚਨ ਸੀ ਇਹ? ਅੱਛਾ ਇਹਦਾ ਉਸ ਤਰ੍ਹਾਂ ਆਂਸਰ ਸੀ ਨਾ, ਸੌਰੀ ਇਹ ਤਾਂ हमारे type ਲਿਸਟ ਆ ਗਿਆ ਨਾ ਹੁਣ ਤਾਂ आ रहा है 140, ठीक है। यस सर। कुछ भी नहीं सोचो, ध्यान नाल सोचो, कुछ भी नहीं। पोटेंशियल डिफरेंस बिटवीन जिवें यूनिट पॉजिटिव चार्ज लेके जाते वर्कडन हुंदा, फिर तो आप सीधे लिख दे, पर यूनिट पॉजिटिव चार्ज नहीं, इन्होंने क्या इन्ना चार्ज लेके गए तो उन्होंने चार्ज नाल डिवाइड करोगे ना यूनिट पॉजिटिव चार्ज लई, कि क्यू चार्ज नूं लेके जाण लई वर्कडन करना पिया वर्क एक्सटर्नल इन्ना, तो यूनिट पॉजिटिव चार्ज नूं लेके जाण लई वर्कडन कितना पेगा वर्क एक्सटर्नल डिवाइड बाय क्यू चार्ज, तो यही हुंदा है साडा पोटेंशियल डिफरेंस। क्लियर है गल? yes यस आइडिया लिखो सारे जने अपनी अपनी कॉपियां ते, एवें नहीं आइडिया लिखो। एक की ये गल ये बेसिक डेफिनेशन वाला क्वेश्चन सी, ये इन्ना वड्डा क्वेश्चन नहीं है कि ਤੁਹਾਨੂੰ पेपर च सीधा मिल जाए, हो सकता नीट च किते मिल जाए, पर जेई मेंस तक कभी भुल जाओगे या ਤੁਹਾਨੂੰ ਆ ਪੁੱਛਿਆ ਜਾਊਗਾ ਕਦੀ ਵੀ, ਇੰਨਾ ਸੌਖਾ ਨਹੀਂ ਪੁੱਛਿਆ ਜਾਊਗਾ। ਤਾਂ ਡੈਫੀਨੇਸ਼ਨ ਤੁਹਾਨੂੰ ਬਸ ਕਿ ਤੁਹਾਨੂੰ ਹੈ ਕਿ ਨਹੀਂ ਆਂਦੀ ਕਿ ਨਹੀਂ ਆ ਦੇਖਣ ਲਈ ਕੁਐਸਚਨ ਪਾਇਆ ਗਿਆ ਹੈ। ਕਿੱਥੇ ਸੀਗੇ ਹੁਣ ਆਪਾਂ? Consider a concentric uniformly charged shells as shown। लो जी अगला ये क्वेश्चन च की सीगा फाइंड द वर्क डन। चलो मैं पहला इन्नू कर लवां अलग पेज ते। देखो तुसी क्वेश्चन देखा करो कि उन्होंने पूछा किवें आ, ओदा बाय डेफिनेशन मतलब की बनदा है। ये कहते फाइंड द वर्क डन बाय इलेक्ट्रोस्टैटिक फोर्सेस in taking a unit positive charge from P to Q. If the answer is this much, then M is what? K दी फॉर्म च आंसर देना है, K अपना A है, ते P तो Q लेके जाना ना, वर्क डन बाय इलेक्ट्रोस्टैटिक फोर्सेस है ना। यस सर। तो बेसिकली क्या आएगा पोटेंशियल एट Q माइनस पोटेंशियल एट P है ना। ये चीज के बराबर आएगा, ये बराबर आएगा वर्क डन बाय एक्सटर्नल फोर्सेस ना। yes sir तो बेसिकली वर्क डन बाय एक्सटर्नल फोर्सेस की नेगेटिव ऑफ द वर्क डन बाय इलेक्ट्रोस्टैटिक फोर्स। पोटेंशियल पता कर लिया, पुट कर दा के गल खत्म हो जाएगी। पोटेंशियल पता करना कितना औखा है दसो। पोटेंशियल एट P पता कर लो पहला, पोटेंशियल एट P कितने आ रहा P ये 1.5 मीटर है ना। yes पोटेंशियल एट P कितना होगा पहला तो अंदरले 4 कूलम करके, 4 कूलम दे करके होगा K 4
बाय 1.5 ऐ लिख दो, प्लस फिर अगले 8 कूलम करके के 8/2, फिर 3 दे करके 3 कूलम 12 कूलम करके के 12/3 आई होएगा कि नहीं? देखो इन टर्म्स ऑफ के आंसर आ जाएगा। यस यस लेट क्यू लिखोगे, क्यू आ बाहर आ ते बाहर कितनी दूरी ते पिया 4 मीटर ते पिया, अंदरले सारे इकट्ठे कर दो, कानू हमें अलग अलग करने हैं, वो आंसर तो वही आना अपना ना, सारे लिए आउटसाइड पॉइंट है 12 ते 8 20 ते 4 24 ते के 24 डिवाइड बाय कितना आया 4 है ना? यस सर। Yes. 6 के आ गया इधरों, आ देख लो कितना आ गया, ये बन जाऊगा 4 दूनी 8/3 ते ये आ जाऊगा 4 ते ये आ जाऊगा अभी 4 4 ते 4 8 के 8 जमा 8/3 आ जाऊगा टाइम्स के ये आ जाऊगा 8 ते 24 24 ते 8 24 ते 8 32/3 के। तो बेसिकली इत्थे आंसर जेड़ा तोरा वर्क डन बाय इलेक्ट्रोस्टैटिक फोर्सेस आना है वो बेसिकली वीपी माइनस वी क्यू होना ना इत्थे, पर वैसे तो वीक्यू माइनस वीपी अपना होंदा ना फाइनल माइनस इनिशियल ते वर्क एक्सटर्नल, पर उन्हें पूछया इलेक्ट्रोस्टैटिक फोर्सेस सीगा भाई, तो वीपी माइनस वीक्यू यानी कि 32k/3 माइनस 6k 6 18 18 गए कितना हो गया 14/3 के है ना? ते अपना आंसर कितना आया फिर 14/3 होगा, 14/3 नु कर लो 3 पॉइंट नहीं 4.66 4.6 आंसर कितने है आ देखो इतने माइनस आया है ना, Yes, sir. एक मिनट ये माइनस क्यों आया, प्लस आना चाहिए था क्योंकि वर्क डन बाय इलेक्ट्रोस्टैटिक फोर्सेस एंड टेक ए यूनिट पॉजिटिव चार्ज फ्रॉम P to Q, क्योंकि VQ माइनस VP जड़ा ओए होए मैं उल्टा तो लिखता था VQ माइनस VP वर्क डन फाइंड वर्क डन बाय इलेक्ट्रोस्टैटिक फोर्सेस। इत्थे माइनस दी गलती है, इत्थे माइनस दी गलती है, ਤੁਹਾਡੇ ਚੋਂ है कोई जिने ਕੱਢਿਆ ਹੋਵੇ -4.66 लिखा होवे है कोई? किसी ने भी नहीं किया ये क्वेश्चन नहीं किया किसी ने, हैंड रेज करो किने किया है क्वेश्चन अटेम्प्ट, अच्छा किसी ने किया ही नहीं है। हाँ बलजीत सिंह बने नहीं सी गल फिर यस सर होया नहीं सी सॉल्व, आवाज नहीं क्लियर सर होया है सर मैं वी उल्टा करता ही वी क्यू माइनस वीपी करता सीगा फिर तू आंसर पॉजिटिव दिता सर मेरा 11.33 आया सीगा फिर तो वे बहुत दूर निकल गया ना तू, है ना? चल इन हुण देख ला समझ लगी कि गल कि नहीं? यस सर हिमानी हाँ जी सर, मैं हाँ जी सर लगी समझ हिमानी की गलती की सी? सर कोई कैलकुलेशन मिस्टेक हुई सी, मेरे तो 1.6 आया सी, मैं अच्छा, कितना चलो। एमए सी। चलो इत्थे ना एक गल हैगी है मैनूं लगदा ना ये असल ये टेस्ट जड़ा इहदा आला क्वेश्चन हैगा मैं एक बार सर नाल डिस्कस करूंगा कि इत्थे आपां इहनूं चेंज करिए, कित्थे गया आ रहा आही तो क्वेश्चन है, ठीक है? क्योंकि वर्क डन बाय इलेक्ट्रोस्टैटिक फोर्सेस पूछा गया है इत्थे, इलेक्ट्रोस्टैटिक फोर्सेस ते आपां नूं पता है कि वर्क डन जे आपां P तो Q लेके जा रहे हैं किसी चीज नूं पॉजिटिव यूनिट पॉजिटिव चार्ज नूं ते यूनिट पॉजिटिव लिखिਆ ना तो VQ माइनस VP ਜਿਹੜਾ ਹੁੰਦਾ ਹੈ ਨਾ ਉਹ ਹੁੰਦਾ ਹੈ वर्क डन बाय एक्सटर्नल फोर्स, ठीक है, टू टेक द यूनिट पॉजिटिव चार्ज। ਤੇ ਜੇ ਆਪਾਂ ਇਹਨੂੰ ਲਿਖੀਏ वर्क डन बाय एक्सटर्नल फोर्स नेगेटिव ऑफ द वर्क डन बाय इलेक्ट्रोस्टैटिक फोर्स ਹੁੰਦਾ ਤੇ इसलिए इथे VP माइनस VQ होना चाहिए। आंसर कितना किथे मैं किहड़े पेज ते एक मिनट ना ਇਹਦਾ स्क्रीनशॉट लियो ਜਿਹੜਾ ਮੈਨੂੰ ਹੁਣੇ ਫੋਨ ਤੇ ਭੇਜਿਓ ਮੈਂ ਇਹ ਡਿਸਕਸ ਕਰਦਾ, एक ਜਿਹੜਾ स्क्रीनशॉट ले लो मैंने भेज दियो ये नहीं तो मैंने PDF चो कढना पैना। चलो नेक्स्ट करिए फिर पहला अनुराग पता लगी तेन गल? हाँ जी सर। ते केड़ी गलतियां होईयां ने पता लग रही सारियां? हाँ जी सर लग गई। ध्यान रखी हुण अगले टेस्ट नहीं होनी चाहिए हुण जेड़ा मेजर टेस्ट होना ਉਹਦੇ ਚ। चलो 28 29 30 केड़ा बई? 28
28th ਬਾਕੀ ਹੋ ਗਏ ਦੋਨੋਂ। Yes, sir. ਸਰ ਜਿਹੜਾ ਪਿਛਲਾ ਸਰ 27th ਕੁਐਸਚਨ ਉਹ ਤਾਂ ਸਰ ਜਿਵੇਂ ਆਪਾਂ ਨੇ ਪਹਿਲਾਂ ਕੀਤਾ ਉਵੇਂ ਹੀ ਸੀਗਾ ਨਾ ਸੇਮ। 27th हाँ, ये तो and non-conducting sphere हैगा is initially charged this much which is distributed uniformly. Now cavity of radius arbiter is known. ये तो हाँ बिल्कुल सेम ही आ गया था ना। ਸਰ ਪਿਛਲਾ ਆਨਸਰ ਗਲਤ ਦਿੱਤਾ ਹੈ, ਆਨਸਰ 5/12 ਆ ਰਿਹਾ ਸਰ, ਪਰ ਪਿੱਛੇ 11/12 ਦਿੱਤਾ ਹੋਇਆ ਸਰ। अच्छा किवें आंसर ਦਿੱਤਾ ਹੈ ਪਿੱਛੇ आंसर देखना 11 ਦਿੱਤਾ ਹੈ। हाँ 11/12 नहीं आ रहा आंसर। ਜਿਹੜਾ ਪਿੱਛੇ ਆਪਸ਼ਨ ਨੇ ਸਰ ਉਹਨਾਂ ਵਿੱਚ 5/12 ਆ ਰਿਹਾ ਆਨਸਰ ਸਰ, ਆਪਸ਼ਨਸ 'ਚ 5/12 ਦਿੱਤਾ ਹੋਇਆ। ਤੁਸੀਂ ਸੋਲਵ ਕਰਕੇ ਦੇਖਿਆ ਇਹਨੂੰ? ਹਾਂਜੀ ਸਰ ਇਹ ਮੈਂ ਕੀਤਾ ਸੀਗਾ ਸੋਲਵ। ਅੱਛਾ ਕਿਉਂਕਿ ਇਹ ਚ ਹੋਰ ਕੋਈ ਚੇਂजेस ਤਾਂ ਲੱਗ ਨਹੀਂ ਰਹੇ, ਕਿਉਂ ਹੀ ਚਾਰਜ ਹੈਗਾ ਵਾ, ਇੱਥੇ ਵੀ ਆ ਰਿਹਾ। ਹਾਂਜੀ ਸਰ ਮੈਂ ਵੀ ਐਵੇਂ ਉਹਦੇ ਹਿਸਾਬ ਨਾਲ ਹੀ ਸਰ ਮੈਂ ਵੀ 5 ਹੀ ਭਰਤਾ ਨਹੀਂ ਪਰ ਉੱਥੇ ਡੈਂਸਿਟੀ ਦੇ ਫਾਰਮ ਚ ਆ ਨਾ। पोटेंशियल बी तो ਡੈਂਸਿਟੀ ਦੀ ਵੈਲਿਊ ਇੱਥੇ ਪੁੱਟ ਕਰਾਂਗੇ 4/3 ਪਾਈ ਉਹ ਵੀ ਪੁੱਟ ਕਰਾਂਗੇ, ਮੁੜ ਕੇ ਤੂੰ ਦੇਖੇਗਾ ਉੱਥੇ ਹੀ ਆਊਗਾ ਇਹ। ਮੈਨੂੰ ਲੱਗਦਾ ਨਹੀਂ ਕਿ ਇਹ ਚ ਕੋਈ ਮਿਸਟੇਕ ਹੈਗੀ ਇਦਾਂ ਦੀ। ਸਰ ਇੱਥੇ B ਪੁਆਇੰਟ ਹੈ, ਉੱਥੇ O ਪੁਆਇੰਟ ਸੀ। ओह हाँ फाइंड पोटेंशियल एट बी, ये तो देख भाई बी पॉइंट ते है ना पोटेंशियल पूछा जेड़ा अनुराग। ਹਾਂਜੀ ਸਰ ਹਾਂਜੀ ठीक है बी पॉइंट ते है मैंने पढ़ी। ਤੁਹਾਡੇ ਨੰਬਰ देखूंगा मैं उन्हें आज लिस्ट पहला एक बार देख लिए 28 के 3 large parallel plates are having charge this much and ਚਾਰਜ ਡਿਸਟ੍ਰੀਬਿਊਸ਼ਨ ਇਹ ਸਭ ਤੁਹਾਨੂੰ ਮੈਂ ਲੈਕਚਰ ਦੇ ਵਿੱਚ ਐਂਡ ਵਿੱਚ ਵੀ ਉਦੋਂ ਸਮਝਾਇਆ ਸੀ, ਬਿਲਕੁਲ ਇਸ ਤਰ੍ਹਾਂ ਦਾ ਕੇਸ ਸੀਗਾ ਉਹ ਵੀ। ਤੇ ਆਪਾਂ ਕੀ ਕੀਤਾ, ਸੈਪਰੇਸ਼ਨ ਬਿਟਵੀਨ 1 and 2 is D, that is 3D and then switch closed। ਦੇਖੋ ਸਵਿਚ ਕਲੋਜ਼ ਕਰਾਂਗੇ ਤਾਂ 1 and 3 ਅਟੈਚ ਹੋ ਜਾਣਗੇ ਨਾ ਆਪਸ ਵਿੱਚ। Yes, sir. 1 and 3 will be connected if charge flow from 1 to 3 on closing switch is NQ। ਬੇਸਿਕਲੀ ਤੁਸੀਂ ਇਹ ਫਾਈਂਡ ਕਰਨਾ ਹੈ ਕਿ Q ਤੋਂ 1 to 3 ਕਿੰਨਾ ਚਾਰਜ ਫਲੋ ਕਰਕੇ ਗਿਆ। ਤੇ ਮੈਂ ਇਸ ਕੁਐਸਚਨ ਨੂੰ ਜਦੋਂ ਤੁਹਾਨੂੰ ਮੈਂ ਕਰਵਾਇਆ ਸੀ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਹੋਰ ਆਈਡੀਆ ਦਿੱਤਾ ਸੀ ਉਸ ਟਾਈਮ। ਬੜਾ ਇੰਪੋਰਟੈਂਟ ਗੱਲ ਸੀ ਇਹ ਕਿ ਜਦੋਂ ਤੁਸੀਂ 1 ਤੇ ਇਹਨੂੰ ਸਵਿਚ ਨੂੰ ਕਲੋਜ਼ ਕਰੋਗੇ ਨਾ, ਅੱਛਾ ਪਹਿਲਾਂ ਤਾਂ ਐਂ ਦੇਖ ਲਓ ਨਾ, ਪਹਿਲਾਂ ਅਸਲ ਵਿੱਚ ਪਹਿਲਾਂ ਸ਼ੁਰੂਆਤ 'ਚ ਕੀ ਹੋਏਗਾ। ਇਹਨੂੰ ਮੈਂ ਅਲੱਗ ਤੋਂ ਵੀ ਰੱਖ ਲਵਾਂ, ਪੜ੍ਹ ਕੇ ਇੱਧਰ ਰੱਖ ਲੈਂਦੇ ਹਾਂ, ਫਿਰ ਬਾਅਦ 'ਚ ਬਣਾਵਾਂਗੇ। ਪਹਿਲਾਂ ਇਹਨੂੰ ਬਣਾ ਲਈਏ। ਦੱਸੋ ਵੀ ਚਾਰਜ ਵਿੱਚ ਪਹਿਲੀ ਗੱਲ ਤਾਂ ਟੋਟਲ ਚਾਰਜ ਜਿਹੜਾ ਡਿਸਟ੍ਰੀਬਿਊਸ਼ਨ ਹੋਏਗੀ ਉਹ ਕਿਵੇਂ ਚਾਰਜ ਡਿਸਟ੍ਰੀਬਿਊਸ਼ਨ ਹੋਏਗੀ। ਪਹਿਲਾਂ ਹਲੇ ਸਵਿਚ ਓਪਨ ਹੀ ਹੈ, ਹਲੇ ਸਵਿਚ ਕਲੋਜ਼ ਨਹੀਂ ਕੀਤਾ, ਠੀਕ ਹੈ। ਸਵਿਚ ਓਪਨ ਹੈ ਹਲੇ ਸਵਿਚ ਕਲੋਜ਼ ਨਹੀਂ ਕੀਤਾ, ਹਲੇ ਸਭ ਕੁਝ ਠੀਕ ਹੈ। ਤਾਂ ਟੋਟਲ 8 ਤੇ 4 12 ਤੇ 13 ਹੋ ਗਿਆ ਤੇ ਟੋਟਲ ਚਾਰਜ ਡਿਵਾਈਡਡ ਬਾਈ 2 ਬਾਹਰ ਆਉਂਦਾ ਨਾ ਆਊਟਰ ਫੇਸਿਸ ਤੇ। Yes, sir. ਯਾਦ ਹੈ ਕਿ ਨਹੀਂ? Yes, sir. ਤਾਂ ਫਿਰ ਇਹਦੇ Q ਦੇ ਇਧਰਲੇ ਪਾਸੇ ਕਿੰਨਾ ਚਾਰਜ ਆਏਗਾ? 11 Q ਬਟਾ 3 ਆ ਜਾਏਗਾ। ਫਿਰ 11 Q ਬਟਾ 2 ਸੌਰੀ, ਉਹ ਨਹੀਂ Sir, ਸੌਰੀ Q ਵਿੱਚੋਂ ਇਹਨੂੰ ਮਾਈਨਸ ਕਰੋ ਨਾ, ਕਿੰਨਾ ਆਏਗਾ 13 Q ਬਾਈ 2 ਵੈਸੇ ਬਹੁਤ ਵੱਡਾ ਹੈ ਤਾਂ ਨੈਗੇਟਿਵ ਚਾਰਜ ਆਏਗਾ। माइनस Q माइनस 13 Q by 2 ये आ जाएगा माइनस 11 Q by 2 ना, minus 11 Q by 2. 11 Q by 2 ਇੱਥੇ plus 11 Q by 2 ਫਿਰ ਆਪਾਂ ਨਾ ਐ ਨਹੀਂ ਕਰਾਂਗੇ ਸੱਚ। ਇਹਨੂੰ ਤਾਂ ਆਪਾਂ ਹਾਂ ਇਹਨੂੰ ਅਲੱਗ ਉਹ ਕਰਕੇ ਕੀਤਾ ਸੀ ਆਪਾਂ। ਇੱਥੇ ਇਹਦੇ ਬਾਰੇ ਨਹੀਂ ਦੱਸਾਂਗੇ ਆਪਾਂ, ਇਹ ਦੱਸਾਂਗੇ ਵੀ ਇੱਥੇ ਮੰਨ ਲਓ ਚਾਰਜ ਆਏਗਾ Q1 ਠੀਕ ਹੈ, ਤੇ ਇੱਥੇ ਚਾਰਜ ਹੋਊਗਾ Q1। ਇਹਨਾਂ ਚੋਂ ਹੁਣ ਇੱਕ ਨੈਗੇਟਿਵ ਪੋਜ਼ਿਟਿਵ ਬਣਾ ਲੈਣੇ ਆਪਾਂ, ਇੱਧਰ Q2 ਤੇ ਇੱਧਰ ਵੀ Q2। ਇਨ ਜਨਰਲ ਆਪਾਂ ਆ ਸਮਝਾਂਗੇ ਹਨਾ। Yes, sir. ਇਹਦੀ ਸਕੀਮ ਤਾਂ ਬਣਾ ਲਵਾਂਗੇ, ਇਹ ਤਾਂ ਬਣ ਜੂਗਾ। ਇੱਥੇ ਕਰਾਂਗੇ ਉਹ ਤਾਂ ਕੰਮ Q1 Q2 ਇੱਥੇ ਤਾਂ ਬਣਾ ਸਕਦੇ, ਇਹ ਤਾਂ ਸਿੱਧਾ ਹੀ ਬਣ ਜੂਗੀ। ਉਹ ਠੀਕ ਸੀ ਕਰ ਰਹੇ, ਪਰ ਠੀਕ ਕਰ ਰਹੇ ਸੀ। ਕੀ ਆਏਗਾ ਇੱਥੇ ਮਾਈਨਸ 11 Q by 2 ਤੇ ਇੱਧਰ ਕਿੰਨਾ ਆ ਜਾਏਗਾ ਫਿਰ ਇਧਰਲੇ ਪਾਸੇ plus 11 Q by 2 Plus 11 Q by 2. ਤੇ ਇੱਧਰ ਕੀ ਆ ਜਾਏਗਾ ਫਿਰ ਇਧਰਲੇ ਪਾਸੇ 8 Q ਵਿੱਚੋਂ ਮਾਈਨਸ ਕਰ ਦਈਏ ਨਾ ਉਹਨੂੰ, ਸਰ 5 Q by 2 ਆ ਜੀ। ਕਿੰਨਾ ਆਊਗਾ 16 ਹਾਂ 5 Q ਬਟਾ 2 ਤੇ ਇੱਧਰ ਆ ਜਾਊਗਾ ਫਿਰ ਮਾਈਨਸ 5 Q by 2 ਐ ਆ ਜਾਊਗਾ। ਇਹ ਸਕੀਮ ਹੈ ਇੱਕ ਤਾਂ। ਇਹ ਪਤਾ ਪਹਿਲਾਂ ਵਾਲੀ ਕਿਉਂ ਕੱਢੀ, ਕਿਉਂਕਿ ਉਹਨਾਂ ਨੇ ਕਿਹਾ ਟੋਟਲ ਚਾਰਜ ਕਿੰਨਾ ਫਲੋ ਕਰ ਗਿਆ ਸੀ। ਪਹਿਲਾਂ ਤਾਂ ਪਤਾ ਨਹੀਂ ਕਿੰਨਾ ਸੀਗਾ, ਕਿਉਂਕਿ ਜੇ ਤੁਸੀਂ ਦੋਨਾਂ ਨੂੰ ਜੋੜੋਗੇ ਆਊਟਰ ਫੇਸਿਸ ਵਾਲੇ ਚਾਰजेस ਕਿਤੇ ਨਹੀਂ ਜਾਣਗੇ। ਇਹ ਗੱਲ ਤੁਹਾਨੂੰ ਮੈਂ ਪਹਿਲਾਂ ਸਮਝਾਈ ਹੋਈ ਹੈ ਨਾ।
Yes, sir. ਇਹਨਾਂ ਨੇ ਆਦਾਨ ਪ੍ਰਦਾਨ ਕਰਨਾ ਹੈ ਵਿਚਕਾਰਲਿਆਂ ਨੇ, ਤੇ ਉਹਦੇ ਕਰਕੇ ਕੀ ਆ ਇੱਥੇ ਹੋਊਗਾ ਬਾਹਰਲਾ ਇਹ 13q/2 ਤੇ 13q/2 ਇਹਨੂੰ ਤਾਂ ਛੱਡ ਹੀ ਦਿਓ। ਫਿਰ ਜਦੋਂ ਜੋ ਉਹਨਾਂ ਨੂੰ ਜੋੜਿਆ ਤਾਂ ਇਹਨਾਂ ਦੋਨਾਂ ਪਲੇਟਸ ਦਾ ਚਾਰਜ ਸ਼ੇਅਰ ਹੋਏਗਾ ਨਾ ਆਪਸ ਵਿੱਚ, Yes, sir. ਤੇ ਪੋਟੈਂਸ਼ੀਅਲ ਸੇਮ ਹੋ ਜਾਏਗਾ ਕਿ ਨਹੀਂ? Yes, sir. V1 ਤੇ V3 ਦਾ ਪੋਟੈਂਸ਼ੀਅਲ ਸੇਮ ਹੋ ਜਾਏਗਾ ਨਾ, ਤੇ V1 ਤੇ V3 ਦਾ ਪੋਟੈਂਸ਼ੀਅਲ ਤਾਂ ਹੀ ਸੇਮ ਹੋ ਸਕਦਾ ਹੈ ਕਿ ਜੇ ਇੱਥੋਂ ਇਲੈਕਟ੍ਰਿਕ ਫੀਲਡ, ਜੇ ਮੰਨ ਲਓ ਜੇ ਮੈਂ ਇੱਥੇ ਕਹਾਂ ਕਿ ਇੱਥੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੈ, ਤਾਂ ਇਧਰਲੇ ਪਾਸੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੋਣਾ ਪਏਗਾ ਕਿ ਨਹੀਂ? ਇਹ ਤਾਂ ਹੋ ਸਕਦਾ ਹੈ, ਜਾਂ ਫਿਰ ਜੇ ਇੱਧਰ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੈ ਤਾਂ ਉਧਰ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੋਏਗਾ। ਇਹ ਮੈਂ ਤੁਹਾਨੂੰ ਉਦੋਂ ਸਮਝਾਇਆ ਸੀ ਚੰਗੀ ਤਰ੍ਹਾਂ, ਕਈ ਵਾਰ ਕਾਫੀ ਡਿਸਕਸ਼ਨ ਹੋਈ ਸੀ ਇੱਥੇ ਆਪਣੀ, ਕਿਉਂਕਿ ਆਪਣੇ V1 ਤੇ V3 ਪੋਟੈਂਸ਼ੀਅਲ ਬਿਲਕੁਲ ਸੇਮ ਨੇ। ਜਦੋਂ ਤੁਸੀਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਹੀ ਜਾਂਦੇ ਰਹੇ ਦੋਨੋਂ ਪਾਸੇ ਜੇ, ਫਿਰ ਤਾਂ ਪੋਟੈਂਸ਼ੀਅਲ ਵਧੀਆ ਹੋਊਗਾ, ਫਿਰ V1 ਤੇ V3 ਬਰਾਬਰ ਹੋ ਹੀ ਨਹੀਂ ਸਕਦੇ ਨਾ। ਇਸ ਲਈ ਜ਼ਰੂਰੀ ਹੈ ਕਿ ਆਪਾਂ ਨੂੰ ਇਹ ਚਾਰजेस ਅਲੱਗ-ਅਲੱਗ ਪਤਾ ਹੋਣੇ ਚਾਹੀਦੇ। ਸੋ ਇੱਥੇ ਮੰਨ ਲਓ ਚਾਰਜ ਹੈਗਾ, ਮੰਨ ਲਓ Q1 ਤੇ ਇੱਥੇ ਪੋਜ਼ਿਟਿਵ ਲੈ ਲਓ, ਇਹਨੂੰ -Q1 ਲੈ ਲਓ, ਫਿਰ ਇੱਧਰ ਤੁਸੀਂ Q2 ਲੈ ਲਓ ਤੇ ਇੱਧਰ -Q2 ਲੈ ਲਓ। ਕਲੀਅਰ ਹੈ ਗੱਲ? ਠੀਕ ਹੈ। ਹੁਣ ਆਪਾਂ ਨੂੰ ਇੱਕ ਗੱਲ ਇਹ ਪਤਾ ਹੈ ਵੀ ਅਗੇ ਤੁਸੀਂ ਚਾਰजेस ਦੀ ਪ੍ਰਾਇੋਰਟੀ ਦੀ ਟੈਨਸ਼ਨ ਨਾ ਲਓ, ਬਸ ਇਹ Q1 ਚਾਰਜ ਹੈ ਇੱਥੇ ਤੇ ਇੱਥੇ Q2 ਚਾਰਜ ਹੈ। ਠੀਕ ਹੈ, ਇਹਦੇ ਵਿੱਚ ਇਨਰ ਚਾਰजेस ਟੋਟਲ ਚਾਰਜ ਜਿਹੜਾ ਹੋਏਗਾ ਇੱਥੇ ਕਿੰਨਾ ਹੋਏਗਾ Q1 ਤੇ Q2 ਮਿਲਾ ਕੇ? 8Q ਹੋਏਗਾ। ਇੱਕ ਤਾਂ ਗੱਲ ਕੀਤੀ ਸੀ ਆਪਾਂ, ਹਨਾ। ਹੋਰ ਕੀ ਕੀਤਾ ਸੀ ਆਪਾਂ? ਦੇਖੋ ਇੱਕ ਹੋਰ ਰਿਜ਼ਲਟ ਲਾਇਆ ਸੀ ਆਪਾਂ ਕਿ ਜੇ ਆਪਾਂ ਇਲੈਕਟ੍ਰਿਕ ਫੀਲਡ ਇਹਦੇ ਚ E1 ਮੰਨ ਲਈਏ, ਇਹਦੇ ਚ E2 ਮੰਨ ਲਈਏ, ਤੇ E1 ਚਾਰਜ ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ E1 ਉਹ ਕਿੰਨਾ ਹੈਗਾ? ਸਿਗਮਾ ਬਾय, ਉਹ ਆਪਣਾ ਸਿਗਮਾ ਇਹ ਆਇਆ ਸੀ ਨਾ, ਸਿਗਮਾ ਬਾय ਐਪਸਿਲਨ ਇਹਦੇ ਕਰਕੇ, ਤੇ ਇਨਟੂ ਜੋ ਇਹਦੇ ਚ ਡਿਸਟੈਂਸ d ਹੈ, ਹਾਂ ਇਹਦਾ ਇਲੈਕਟ੍ਰਿਕ ਫੀਲਡ ਆਏਗਾ ਨਾ ਆਪਣਾ। ਜੇ ਵੈਸੇ ਗੱਲ ਕਰੀਏ ਜਿਹੜਾ V2 ਜਾਂ V1 - V2 will be equal to V2 - V3, ਹੈ ਨਾ। ਤੇ ਆ ਪੋਟੈਂਸ਼ੀਅਲ ਡਿਫਰੈਂਸ ਨੂੰ ਕੀ ਲਿਖਿਆ ਸੀ ਆਪਾਂ? ਇੱਥੇ ਇਲੈਕਟ੍ਰਿਕ ਫੀਲਡ ਜਿਹੜਾ ਆਏਗਾ E1 ਉਹਨੂੰ d ਨਾਲ ਮਲਟੀਪਲਾਈ ਕਰ ਲਿਓ, ਉਧਰਲਾ ਜਿਹੜਾ E2 ਹੈ ਉਹਨੂੰ ਤੁਸੀਂ 3d ਨਾਲ ਮਲਟੀਪਲਾਈ ਕਰ ਲਿਓ। ਫਿਰ E1 ਦੀ ਵੈਲਿਊ ਲਿਖੋਗੇ ਤੁਸੀਂ ਇਸ ਤਰ੍ਹਾਂ, E2 ਦੀ ਵੈਲਿਊ ਲਿਖੋਗੇ ਉਸ ਤਰ੍ਹਾਂ, ਤਾਂ Q1 ਤੇ Q2 ਚ ਇੱਕ ਹੋਰ ਇਕੁਏਸ਼ਨ ਮਿਲ ਜਾਏਗੀ ਨਹੀਂ? याद आ रहा है? कौन बोलिए? चलो ਤੇ ਉਹ ਦੋਨੋਂ ਇਕੁਏਸ਼ਨ ਸੋਲਵ ਕਰਕੇ Q1 Q2 ਮਿਲ ਜਾਣਗੇ ਤਾਂ ਤੁਹਾਨੂੰ ਆ Q1 ਮਿਲੇਗਾ। ਬੇਸਿਕਲੀ ਤੁਸੀਂ ਸਿਰਫ Q1 ਚ ਇੰਟਰਸਟ ਲੈਣਾ ਹੈ, ਤੇ ਇਧਰਲੇ ਆ ਵੇਲੇ ਦੇ ਵਿੱਚ ਵੀ ਇੰਨਾ ਇਧਰ ਸੀਗਾ ਤੇ ਇਧਰ ਇੰਨਾ ਰਹਿ ਗਿਆ, ਤਾਂ ਤੁਸੀਂ ਕੀ ਕਰੋ? ਫਾਈਨਲ ਚਾਰਜ ਮਾਈਨਸ ਇਨੀਸ਼ੀਅਲ ਚਾਰਜ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਸਵਿਚ ਵਿੱਚੋਂ ਕਿੰਨਾ ਚਾਰਜ ਫਲੋ ਕਰਕੇ ਗਿਆ। ਸਮਝ ਲੱਗੀ ਸਾਰਿਆਂ ਨੂੰ ਗੱਲ ਕਨਸੈਪਟ ਦੀ? ਇਹ ਆਪਣੇ ਲੈਕਚਰ ਨੋਟਸ ਵੀ ਕੱਢਿਓ, ਉਹਦੇ ਵਿੱਚ ਵੀ ਕੱਢਿਓ, ਤੇ ਫਿਰ ਇਹਨੂੰ ਸੋਲਵ ਕਰ ਲਿਓ। ਸੋਲਵ ਕਰਕੇ ਮੈਨੂੰ ਭੇਜਿਓ ਅੱਜ ਗਰੁੱਪ 'ਚ, ਹੁਣੀ ਭੇਜਿਓ। ਹਾਂਜੀ ਸਰ ਇਹਦੇ ਵਿੱਚ ਸਰ ਆਪਾਂ ਇੱਕ ਰਿਜ਼ਲਟ ਵੀ ਤਾਂ ਯੂਜ਼ ਕਰ ਸਕਦੇ ਹਾਂ ਕਿ ਸਰ ਜਿਹੜੇ F1 ਤੇ 3 ਇੱਕ ਦੂਜੇ ਨਾਲ ਜੁੜੇ ਹੋਣ ਤਾਂ ਸਰ ਜਿਹੜੀ ਸੈਂਟਰ ਪੁਆਇੰਟ ਤੇ ਜਿਹੜਾ ਸੈਂਟਰ ਵਾਲੀ ਪਲੇਟ ਤੇ ਚਾਰਜ ਉਹਦੀ ਇਨਵਰਸ ਰੇਸ਼ੋ ਆਫ ਦਾ ਡਿਸਟੈਂਸ ਬਦਲ ਜਾਏਗਾ ਸਰ। ਜਿਹੜਾ ਜੇ ਆਪਾਂ ਦੋਨੋਂ ਜੁੜੇ ਹੋਣ ਤਾਂ ਸੈਂਟਰ ਚਾਰਜ ਜਿਹੜਾ ਸੈਂਟਰ ਸਰ 8Q ਵਾਲੀ ਪਲੇਟ ਤੇ ਆ ਉਹ ਜਿਵੇਂ D ਤੇ 3D ਉਹਦੀ ਇਨਵਰਸ ਰੇਸ਼ੋ ਦੇ ਵਿੱਚ ਜਿਹੜਾ ਚਾਰਜ ਡਿਵਾਈਡ ਹੋ ਜਾਏਗਾ। D ਤੇ 3 ਇਨਵਰਸ ਰੇਸ਼ੋ 'ਚ ਚਾਰਜ ਡਿਵਾਈਡ ਹੋ ਜਾਏਗਾ। ਹਾਂਜੀ ਸਰ, ਜਿਵੇਂ ਸਰ ਆਪਾਂ ਮੰਨ ਲਓ ਕਿ 8Q ਹੈ ਸਰ, ਹਾਂ ਤਾਂ 8Q ਨੂੰ ਆਪਾਂ ਪਹਿਲਾਂ 4 ਪਾਰਟ 'ਚ ਵੰਡ ਦਾਂਗੇ ਸਰ। ਸਰ ਮਤਲਬ ਕਿ 2 ਪਾਰਟ ਹੋ ਗਏ ਸਰ, 2 ਦੇ ਵਿੱਚ ਆਪਾਂ 3 ਪਾਰਟ ਦੇ ਦਾਂਗੇ ਲੈਫਟ ਸਾਈਡ ਨੂੰ, 8Q ਦੀ ਲੈਫਟ ਸਾਈਡ ਨੂੰ ਇੱਧਰ 6Q ਆ ਜਾਏਗਾ ਸਰ। ਅੱਛਾ, ਤੇ ਇਧਰਲੇ ਪਾਸੇ ਸਰ 2Q ਆ ਜਾਏਗਾ। ਅੱਛਾ ਤੇ ਸਰ ਜੇ ਉਧਰ ਪਾਸੇ ਇਹ ਕਿਵੇਂ ਲਾ ਰਿਹਾ ਤੂੰ? ਮਤਲਬ ਕਿਵੇਂ ਰੂਲ ਲਾ ਰਿਹਾ ਮੈਨੂੰ ਇੱਕ ਵਾਰ ਸਮਝਾ ਸਰ। ਇਹ ਨਾ ਸਰ ਜਿਹੜੀ ਦਲਜੀਤ ਸਰ ਨੇ ਸਰ ਬੁਕਲੇਟ ਦਿੱਤੀ ਨਾ ਉਸ 'ਚ ਸੇਮ ਕੁਐਸਚਨ ਸੀਗਾ। ਅੱਛਾ ਸਰ ਉਸ 'ਚ ਸਰ ਪ੍ਰੂਫ ਕੀਤਾ ਹੋਇਆ ਇਹ ਸਰ। ਅੱਛਾ, ਮੈਨੂੰ ਨਾ ਉਹ ਭੇਜਿਓ ਉਹਲੇ ਪੇजेस ਨਾ 2-3 ਜਿਹੜੇ ਹੋਣਗੇ। ਹਾਂਜੀ ਠੀਕ ਹੈ, ਮੈਂ ਵੀ ਉਹ ਦੇਖ ਲੂੰਗਾ ਕਿ ਕਿਸ ਹਿਸਾਬ ਨਾਲ ਉਹ ਪ੍ਰੂਵ ਕੀਤਾ, ਕਿਉਂਕਿ ਡਾਇਰੈਕਟਲੀ ਯੂਜ਼ ਕਰਨ ਲਈ ਆਪਣੇ ਕੋਲ ਕੋਈ ਸੌਖਾ ਰਿਜ਼ਲਟ ਮਿਲ ਜੇ ਫਿਰ ਤਾਂ ਵਧੀਆ, ਆਪਾਂ ਨੂੰ ਇਹ ਯੂਜ਼ ਨਾ ਕਰਨਾ ਪਵੇ। ਅਦਰਵਾਈਜ਼ ਉਹ ਆਈ ਕਰਨਾ ਪਏਗਾ। ਮੈਂ ਇੱਕ ਵਾਰ ਇਹ ਇਕੁਏਸ਼ਨਸ ਲਿਖਾ ਦਵਾਂ, ਨਹੀਂ ਤਾਂ ਤੁਹਾਨੂੰ ਨਾ ਫਿਰ ਭੁਲੇਖਾ ਹੋ ਜਾਏਗਾ। ਸੋਲਵ ਕਰਨਾ ਤੁਸੀਂ, ਕਿਉਂਕਿ ਇਹਨੂੰ ਕਿੰਨਾ ਸੀਗਾ ਬਾਹਰ 13Q/3। ਹਾਂਜੀ ਸਰ 2 ਇੱਥੇ ਕਿੰਨਾ ਸੀਗਾ? -11Q/2। ਹਾਂ -11Q/2 ਇੱਥੇ ਆ ਜਾਊਗਾ
11q/2 इधर आ जाऊगा 5q/2 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 इधर आ जाऊगा -5q/2 ਇਹ ਉਦੋਂ ਸੀਗਾ ਜਦੋਂ ਨਾਰਮਲੀ ਸੀਗਾ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਕਿ ਬਾਹਰਲੇ ਚਾਰजेस ਨੂੰ ਆਪਾਂ ਛੇੜਿਆ ਨਹੀਂ ਤੇ ਬਾਹਰਲੇ ਚਾਰजेस ਦੇ ਕਰਕੇ ਵੈਸੇ ਵੀ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਆਂਦਾ ਵੀ ਨਹੀਂ ਹੈ ਨਾ। ਹਾਂਜੀ ਤੇ ਇੱਥੇ ਮੰਨ ਲਿਆ q1 ਤੇ q1 ਇਹਨਾਂ ਚ ਆਬਵੀਅਸਲੀ ਇੱਕ 네ਗੇਟਿਵ ਹੈ, ਇਧਰ q2 ਤੇ q2 ਆਪਾਂ ਜਨਰਲ ਗੱਲ ਐ ਕਰਕੇ ਚੱਲਦੇ ਹਾਂ। ਆਪਾਂ ਫਿਲਹਾਲ ਸੈਂਟਰ ਵਾਲੇ ਨੂੰ ਪੋਜ਼ਿਟਿਵ ਮੰਨ ਕੇ ਚੱਲਦੇ ਹਾਂ ਤੇ ਇਹਨੂੰ ਹੀ 네ਗੇਟਿਵ ਮੰਨ ਲੈਂਦੇ ਹਾਂ ਤੇ ਇਹਨੂੰ 네ਗੇਟਿਵ ਮੰਨ ਲੈਂਦੇ ਹਾਂ ਸੋ ਦੈਟ ਇੱਥੇ ਇਲੈਕਟ੍ਰਿਕ ਫੀਲਡ ਇਧਰ ਨੂੰ ਬਣਾ ਸਕੀਏ ਆਪਾਂ ਕਿਉਂਕਿ ਆਪੋਜ਼ਿਟ ਤਾਂ ਹੋਏਗਾ ਇਲੈਕਟ੍ਰਿਕ ਫੀਲਡ ਤਾਂ ਇਧਰ ਇਲੈਕਟ੍ਰਿਕ ਫੀਲਡ ਐ ਹੋਏਗਾ। ਸੋ ਇੱਕ ਪਾਸੇ ਪੋਟੈਂਸ਼ੀਅਲ ਵਧੇਗਾ ਦੂਜੇ ਪਾਸੇ ਘਟੇਗਾ। ਹੁਣ ਜੇ ਸਿੰਪਲ ਜੀ ਗੱਲ ਕਰੀਏ ਇਸ ਪਾਸੇ ਇਸ ਜਗ੍ਹਾ ਤੇ ਜਿਹੜਾ ਟੋਟਲ ਪੋਟੈਂਸ਼ੀਅਲ ਡਿਫਰੈਂਸ ਹੈ ਸਿੱਧਾ ਉਹੀ ਲਿਖੋ डायरेक्टली ਕੀ ਹੋਏਗਾ ਚਾਰਜ डिवाइडेड बाय एरिया ए आ गया सिग्मा है ना सिग्मा बाय एप्सिलॉन नॉट मल्टीप्लाइड बाय डिस्टेंस बस आई लिखो और कुछ ना लिखो। इथे भी इलेक्ट्रिक सीधे लिखो q2 डिवाइड बाय चार्ज सॉरी एरिया एप्सिलॉन नॉट इनटू डिस्टेंस कितना है 3d सो सब कुछ काट के क्या आएगा q1 = 3q2 आई है ना। यस हाँ ही है तेरा रिजल्ट ला प्रूव भी हो गया वही हाँ जी गल है। आई रिजल्ट सीगा ठीक है q1 by q2 = 3/1 रेशो ਦੇ ਵਿੱਚ हाँ जी सर ਠੀਕ ਹੈ। ਸੋ ਪਰ ਇਹ और ਇੱਥੋਂ ਕੱਢ ਲਾਂਗੇ ਫਿਰ ਵੀ ਆਪਾਂ ਨੂੰ ਇਹਨੂੰ ਕਰਨਾ ਪੈਣਾ ਨਾ ਕਿਉਂਕਿ ਆਪਾਂ ਨੂੰ ਮੁੜ ਕੇ ਆ ਦੇਖਣਾ ਪੈਣਾ ਕਿ ਹਾਂ q1 ਤੇ q2 ਜਿਹੜੇ ਨੇ ਉਹਨਾਂ ਦਾ ਸਮ ਕਿੰਨਾ ਆਏਗਾ 8 ਆਏਗਾ ਨਾ 8q हाँ जी और इतना सौखा निकल जाएगा बस यार कितना आ जाएगा q1 = 3q2 इतने पुट कर दे तो q2 कितना आ गया 2q आ गया जेड़ा तू कह रहा है बिल्कुल बिल्कुल वही आ रहा q1 कितना आया 6 ਤੇ ਜੇ 6q ਆ ਗਿਆ q1 ਠੀਕ ਹੈ ਤੇ ਇੱਥੇ 네ਗੇਟਿਵ ਹੈ ਨਾ ਤੇ ਇੱਥੇ ਇੰਨਾ ਸੀਗਾ ਤਾਂ ਟੋਟਲ ਕਿੰਨਾ ਫਲੋ ਕਰ ਗਿਆ ਦੇਖੋ ਫਾਈਨਲ ਚਾਰਜ ਸੌਰੀ ਇਨੀਸ਼ੀਅਲ ਚਾਰਜ ਜਿੰਨਾ ਸੀਗਾ ਮਾਈਨਸ ਜਿੰਨਾ ਫਾਈਨਲ ਰਹਿ ਗਿਆ ਕਿੰਨਾ ਸੀਗਾ -11q/2 ਤੇ ਫਾਈਨਲ ਕਿੰਨਾ ਰਹਿ ਗਿਆ -6 q1 ਕਿੰਨਾ ਹੈ 6q ਨਾ हाँ जी ਇਹ ਆਊਗਾ ਫਿਰ 6q - 11q/2 q/2 ਆ ਰਿਹਾ हाँ जी सर ਠੀਕ ਹੈ ਇਹ ਬੜਾ ਵਧੀਆ ਹੈ ਦੇਖੋ ਵੀ ਰਿਜ਼ਲਟ ਇਹ ਡੀ ਦੇ ਨਾਲ ਬੇਸਿਕਲੀ ਕੋਈ ਫਰਕ ਕੋਈ ਪੈਂਦਾ ਨਾ ਸਭ ਕੱਟਿਆ ਜਾਂਦਾ ਮੁੜ ਮੁੜ ਕੇ ਡੀ ਦੇ ਨਾਲ ਹੀ ਰਹਿ ਜਾਂਦਾ ਨਾ ਚਾਰਜ ਦਾ ਰੇਸ਼ੋ ਵੀ ਜੇ 3d ਜਗ੍ਹਾ 4d ਹੁੰਦਾ ਤਾਂ ਇਹ 4 ਆ ਜਾਣਾ ਸੀ 5d ਹੁੰਦਾ 5 ਆ ਜਾਣਾ ਸੀ ਪਰ ਤੁਸੀਂ ਜੇ ਇਹਨੂੰ ਇੰਨਾ ਜ਼ਿਆਦਾ ਨਹੀਂ ਵੀ ਯਾਦ ਰੱਖਣਾ ਚਾਹੁੰਦੇ ਤੁਸੀਂ ਡਾਇਰੈਕਟਲੀ ਹੀ ਕਰ ਲਿਆ ਕਰੋ ਐ ਲਿਖ ਲਿਆ ਕਰੋ ਬਸ ਤੇ ਤੁਹਾਨੂੰ ਪਤਾ ਲੱਗ ਜਾਏਗਾ ਫਿਰ ਕਿੰਨੇ ਗੁਣਾ ਹੋ ਗਿਆ ਮੁੜ ਕੇ ਉਹਨੂੰ ਯੂਜ਼ ਕਰਕੇ ਤੇ ਆਹ ਵਾਲੇ ਨੂੰ ਯੂਜ਼ ਕਰਕੇ ਰਿਜ਼ਲਟ ਨੂੰ ਕੱਢ ਲਿਆ ਕਰੋ ਬਹੁਤਾ ਲੰਬਾ ਕਰਨਾ ਨਹੀਂ ਪੈਂਦਾ ਸੋਲਵ ਵੀ ਕਰ ਸਕਦੇ ਪਹਿਲਾਂ ਅਸਲ ਵਿੱਚ ਨਾ ਗੰਦਾ ਲਿਖਿਆ ਗਿਆ ਸੀ ਨਾ ਬਹੁਤ ਤੇ ਮੈਂ ਕਿਹਾ ਚਲੋ ਹੁਣ ਤੁਸੀਂ ਕਰ ਲਓਗੇ ਤਾਂ ਮੈਂ ਸਾਫ਼-ਸਾਫ਼ ਲਿਖਿਆ ਤਾਂ ਹੋ ਗਿਆ ਠੀਕ ਹੈ ਜੀ ਗੱਲ ਆ ਕਿੱਥੋਂ ਆਇਆ हाँ जी सर ਇਲੈਕਟ੍ਰਿਕ ਫੀਲਡ ਜਦੋਂ ਆਪਾਂ ਕੀਤਾ ਸੀ ਕੋਈ ਦੋ ਪਲੇਟ ਦੇ ਵਿੱਚ ਕਿਵੇਂ ਕੀਤਾ ਸੀ ਆਪਾਂ ਇਸ ਤਰ੍ਹਾਂ ਆਪਾਂ ਕਰਾਇਆ ਸੀ ਨਾ ਆ ਮੰਨ ਲਓ ਦੋ ਚਾਰਜ ਪਲੇਟਸ ਹੈਗੀਆਂ ਨੇ ਆਪਣੇ ਕੋਲ ਤੇ ਆਪਾਂ ਇਹਨਾਂ ਦੇ ਇਨ ਬਿਟਵੀਨ ਇਲੈਕਟ੍ਰਿਕ ਫੀਲਡ ਦੀ ਗੱਲ ਕੀਤੀ ਸੀ ਇਲੈਕਟ੍ਰਿਕ ਫੀਲਡ ਸਿਗਮਾ ਬਾਈ ਐਪਸਿਲਨ ਨੋਟ ਆਇਆ ਸੀ ਕਿ ਨਹੀਂ हाँ जी सर ਇੱਕ ਪਾਸੇ ਪੋਜ਼ਿਟਿਵ ਪਲੇਟ ਹੈ ਮੰਨ ਲਓ ਇੱਕ ਪਾਸੇ ਨੈਗੇਟਿਵ ਪਲੇਟ ਹੈ ਤੇ ਚਾਰਜ ਨਹੀਂ ਹੈ ਤਾਂ ਸਿਗਮਾ ਜਿਹੜਾ ਇਹਦੇ ਕਰਕੇ ਇੱਥੇ ਆਇਆ ਸਿਗਮਾ ਬਾਈ 2 ਐਪਸਿਲਨ ਨੋਟ ਇਹਦੇ ਕਰਕੇ ਵੀ ਸਿਗਮਾ ਬਾਈ 2 ਐਪਸਿਲਨ ਇਧਰ ਨੂੰ ਐਡ ਹੋ ਕੇ ਆ ਬਣ ਗਿਆ ਸੀ ਨਾ ਸਿਗਮਾ ਕੀ ਹੁੰਦਾ ਸਿਗਮਾ ਹੁੰਦਾ ਚਾਰਜ ਡਿਵਾਈਡਡ ਬਾਈ ਏਰੀਆ ਨਾ ਤੇ ਬਸ ਨਾਲ ਐਪਸਿਲਨ ਨੋਟ ਆ ਗਿਆ ਆ ਇਲੈਕਟ੍ਰਿਕ ਫੀਲਡ ਆ ਗਿਆ ਉਹਦਾ ਫਿਰ ਉਹਨੂੰ ਗੁਣਾ ਕੀਤਾ ਨਾ ਡੀ ਨਾਲ ਕਿਉਂਕਿ ਆਪਾਂ ਬੇਸਿਕਲੀ ਪੋਟੈਂਸ਼ੀਅਲ ਡਿਫਰੈਂਸ ਲਿਖਿਆ ਸੀ ਤੇ ਇਹਨਾਂ ਦਾ ਤੇ ਇਹਨਾਂ ਦਾ ਬਰਾਬਰ ਹੋਣਾ ਚਾਹੀਦਾ ਇਨ ਮੈਗਨੀਟਿਊਡ ਜਿੰਨਾ ਇਧਰ ਕੱਟੂਗਾ ਉਹਨਾਂ ਦਾ ਵਧੂਗਾ ਤਾਂ ਹੀ ਦੋਨੋਂ ਬਰਾਬਰ ਆਣਗੇ ਠੀਕ ਹੈ ਗੱਲ ਹੋਰ ਇਹ ਚ ਦੇਖੋ 29ਵਾਂ 30ਵਾਂ ਹੋ ਗਿਆ ਅਨੁਰਾਗ सर 30वां दस दो 30ਵਾਂ ਇਸ ਤਰ੍ਹਾਂ ਦਾ ਕੁਐਸਚਨ ਮੈਂ ਪਿਛਲੇ ਵਾਰ ਲੈਕਚਰ ਦੇ ਐਂਡ ਵਿੱਚ ਕਰਾਇਆ ਸੀ ਥੋੜਾ ਜਿਹਾ ਦੇਖੋ देखो इतने की है there are 125 identical spherical drops of conducting fluid so each is charged to a potential v naught and अपने को देखो conducting fluid है 125 drops ने होदियां ते छोटे छोटे drops ने मान लो आ ਜਿਹੜੀ छोटे छोटे drops ਹੈਗੀਆਂ ਤੁਹਾਡੀਆਂ ਇਹਨਾਂ ਦਾ potential ਹੈਗਾ v naught ਆਪਾਂ ਨੂੰ given ਹੁਣ ਛੋਟੀ ਡ੍ਰੌਪ ਤੇ ਚਾਰਜ ਕਿੰਨਾ ਮੈਨੂੰ ਨਹੀਂ ਪਤਾ ਕੁਝ ਵੀ ਨਹੀਂ ਪਤਾ ਸੋ ਮੈਂ ਮੰਨ ਲੈਣਾ ਛੋਟੀ ਚਾਰਜ ਤੇ q ਹੈਗਾ ਚਾਰਜ ਤੇ ਛੋਟੀ ਚਾਰਜ ਦਾ ਰੇਡੀਅਸ ਹੈਗਾ r ਤਾਂ ਬੇਸਿਕਲੀ ਇਹਦਾ ਪੋਟੈਂਸ਼ੀਅਲ ਕਿਹਦਾ ਬਰਾਬਰ ਆ ਜਾਏਗਾ kq/r ਸਿੰਪਲ ਜੀ ਗੱਲ ਹੈ ਉਹ ਕਹਿ ਰਹੇ ਨੇ ਇਸ ਤਰ੍ਹਾਂ ਦੀ
ਨਾਓ ਥੀਸ ਡ੍ਰੌਪਸ ਆਰ ਕੰਬਾਈਨਡ। ਇਸ ਤਰ੍ਹਾਂ ਦੀ ਕਿੰਨੀ ਡ੍ਰੌਪਸ ਨੇ 125। ਹੁਣ ਸੋਚ ਕੇ ਦੇਖੋ ਛੋਟੀ 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 ਇਸ ਤਰ੍ਹਾਂ ਦੀਆਂ 125 ਡ੍ਰੌਪਸ ਮਿਲ ਕੇ ਇੱਕ ਵੱਡੀ ਡ੍ਰੌਪ ਬਣਾ ਰਹੀਆਂ ਨੇ ਤੇ ਉਹਦਾ ਵੱਡੀ ਡ੍ਰੌਪ ਦਾ ਪੋਟੈਂਸ਼ੀਅਲ ਪਤਾ ਕਰਨਾ ਆਪਾਂ। ਠੀਕ ਹੈ, ਹੁਣ ਤੁਸੀਂ ਦੇਖੋ ਜੇ ਛੋਟੀ ਡ੍ਰੌਪਸ ਮਿਲ ਕੇ ਵੱਡੀ ਡ੍ਰੌਪ ਬਣਾਣਗੇ ਤਾਂ ਸਫੇਰਿਕਲੀ ਸਫੀਅਰ ਦੇ ਛੋਟੇ ਛੋਟੇ ਸਫੀਅਰ ਮਿਲ ਕੇ ਵੱਡਾ ਸਫੀਅਰ ਬਣਾ ਰਹੇ ਨੇ, ਇਹਦਾ ਰੇਡੀਅਸ ਮੰਨ ਲਓ ਆ ਰਿਹਾ, ਇਹਦਾ ਪੋਟੈਂਸ਼ੀਅਲ ਪਤਾ ਕਰਨਾ। ਤਾਂ ਤੁਸੀਂ ਸੋਚੋ ਕਿ ਕੀ ਕੰਪੇਅਰ ਕਰੋਗੇ ਵੋਲਿਊਮ ਨਾ 125 ਛੋਟੀ ਡ੍ਰੌਪਸ ਦਾ ਵੋਲਿਊਮ ਬਰਾਬਰ ਹੋਏਗਾ ਇੱਕ ਵੱਡੀ ਡ੍ਰੌਪ ਦੇ ਵੋਲਿਊਮ ਦੇ, ਹੋਏਗਾ ਨਾ। ਹਾਂਜੀ ਸਰ। ਤਾਂ r ਬੇਸਿਕਲੀ 5 ਟਾਈਮਸ r ਦੇ ਬਰਾਬਰ ਆ ਜਾਏਗਾ। 125 ਨੂੰ ਗੁਣਾ ਨਾ ਕਰ ਦਿਓ ਤੇ ਜੇ ਛੋਟੀ ਛੋਟੀ ਡ੍ਰੌਪ ਦੇ ਚਾਰਜ q ਸੀਗਾ 125 ਡ੍ਰੌਪ ਦਾ ਚਾਰਜ ਟੋਟਲ ਕਿੰਨਾ ਆਏਗਾ? ਐਡੀਟਿਵ ਹੈ ਤਾਂ ਇਹ ਤਾਂ ਸਿੱਧਾ ਹੀ ਐਡ ਹੋਏਗਾ ਨਾ 125 ਕੀ। देयरफॉर पोटेंशियल होते कितना आएगा k कैपिटल Q बाय कैपिटल R ਤੇ ਕੈਪੀਟਲ Q ਕਿੰਨੀ ਹੈ 125 ਟਾਈਮਸ Q। ਇੱਥੇ ਆਹੀ ਦੇਖਣਾ ਸੀ ਜੋ ਡ੍ਰੌਪਸ ਮਿਲਦੀਆਂ ਨੇ ਤਾਂ ਚਾਰਜ ਸਿੱਧੇ ਐਡ ਹੁੰਦੇ ਨੇ ਪਰ ਰੇਡੀਅਸ ਸਿੱਧੇ ਐਡ ਨਹੀਂ ਹੁੰਦਾ। ਰੇਡੀਅਸ ਦੇਖੋ 125 ਡ੍ਰੌਪਸ ਮਿਲ ਕੇ 5 ਗੁਣਾ ਕਰ ਪਾਈਆਂ ਨੇ ਉਹਦਾ ਰੇਡੀਅਸ। ਆਪਾਂ ਨੂੰ ਇੱਥੋਂ ਪਤਾ ਲੱਗਦਾ ਵੋਲਿਊਮ ਕੰਪੇਅਰ ਕਰਕੇ। ਕਲੀਅਰ ਹੈ ਗੱਲ? ਹਾਂਜੀ ਸਰ। ਕਿੰਨਾ ਬਣ ਗਿਆ ਇਹ 25 KQ ਬਾय R ਬਣ ਗਿਆ ਤੇ KQ ਬਾय R ਹੀ ਤਾਂ ਹੈ ਜੋ ਆਪਾਂ ਨੂੰ ਪਤਾ ਹੈ V0। यस सर। ਠੀਕ ਹੈ, ਯੈਸ ਸਰ। ਆਨਸਰ ਹੈ। ਹੁਣ ਇਹ ਚ ਪਤਾ ਕੀ ਇਹ ਬੜਾ ਸੌਖਾ ਕੁਐਸਚਨ ਹੈ, ਇਹ ਤੁਹਾਨੂੰ ਦੁਬਾਰਾ ਰਿਵਾਈਜ਼ ਦੀ ਲੋੜ ਨਹੀਂ ਪੈਣੀ। ਸੋਚ ਕੇ ਦੇਖੋ 125 ਦੀ ਜਗ੍ਹਾ 64 ਹੁੰਦਾ ਹੈਨਾ ਤਾਂ ਆਨਸਰ 16 ਆ ਜਾਣਾ ਸੀ। ਤੇ ਤੁਹਾਨੂੰ ਆਨਸਰ ਹਮੇਸ਼ਾ ਇਦਾਂ ਦਾ ਦਿੱਤਾ ਜਾਂਦਾ ਜਿਸ ਚ ਜਿਹੜੀ ਉਹ ਕਿਊਬ ਹੁੰਦਾ ਪੂਰੀ ਤਰ੍ਹਾਂ, ਸੋ ਦੈਟ ਕਿ ਉਹ ਆਨਸਰ ਥੋੜਾ ਤੇਜ਼ ਹੋ ਜਾਏ, ਜਲਦੀ ਹੋ ਜਾਏ ਬਸ। ਠੀਕ ਹੈ ਨਾ, 125 ਦਿੱਤਾ ਜਾਊਗਾ ਆਨਸਰ ਇੱਥੇ ਡ੍ਰੌਪਸ ਜਾਂ ਫਿਰ 8 ਡ੍ਰੌਪਸ ਦਿੱਤੀਆਂ ਜਾਣਗੀਆਂ ਹਨਾ ਤਾਂ ਇੱਥੇ 4 ਆ ਜਾਣਾ ਸੀ ਆਨਸਰ ਹੈਨਾ। ਯੈਸ ਸਰ। ਜਿਹੜਾ ਜਿੰਨੀਆਂ ਡ੍ਰੌਪ ਦੋਗੇ ਨਾ ਉਨੀ ਡ੍ਰੌਪ ਦੇ ਪਾਵਰ 2/3 ਉਹ ਆਉਂਦਾ ਆਨਸਰ ਹਮੇਸ਼ਾ। ਇਸ ਤਰ੍ਹਾਂ ਦੇ ਕੁਐਸਚਨ ਇਹ ਬੜਾ ਪਪੂਲਰ ਕੁਐਸਚਨ ਹੈ, ਕੋਈ ਬਹੁਤ ਸਕੂਲ ਐਗਜ਼ਾਮ ਚ ਵੀ ਆਉਂਦਾ ਹੈ, ਸਕੂਲ ਐਗਜ਼ਾਮ ਚ ਪੁੱਛਿਆ ਜਾ ਸਕਦਾ ਹੈ। ਦੱਸੋ ਵੀ ਕਲੀਅਰ ਹੋ ਗਿਆ ਸਭ ਨੂੰ ਹੁਣ ਟੈਸਟ? ਯੈਸ ਸਰ। ਕੁਝ ਚੀਜ਼ਾਂ ਦੀ ਦਿੱਕਤਾਂ ਇਹ ਆਈਆਂ ਨੇ। ਇੱਕ ਤਾਂ ਮੈਨੂੰ ਅਮਰਿਤਦੀਪ ਨੇ ਕਿਹਨੇ ਭੇਜਿਆ ਸੀ ਮੈਨੂੰ ਨਾ ਇੱਕ ਵਾਰ ਦੁਬਾਰਾ ਦੱਸ ਦਿਓ। ਚਲੋ ਇੱਕ ਬੱਚੇ ਨੇ ਸਾਫ਼ ਲਿਖਿਆ ਹੈ ਆਨਸਰ ਠੀਕ, ਸਿਸਟਮ 'ਚ ਵੀ ਦਿਖਾ ਰਿਹਾ ਵੀ ਆਨਸਰ ਠੀਕ ਹੈ ਤੇ ਉਹਦਾ ਹੈ ਵੀ ਠੀਕ ਹੈ ਤੇ ਫਿਰ ਵੀ ਉਹਦਾ ਲਿਖਿਆ ਉਹ ਗਲਤ ਹੋਇਆ। ਪਤਾ ਨਹੀਂ ਇਸ ਤਰ੍ਹਾਂ ਦੀ ਕੁਝ ਚੀਜ਼ਾਂ ਹੋਈਆਂ। ਇੱਕ ਮੈਨੂੰ ਕਿਹਨੇ ਭੇਜਿਆ ਹੋਰ